ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਜੀ ਭਾਸਕਰ ਜੀ ਔਰ ਇੰਦਰਪ੍ਰੀਤ ਜੀ। ਮੈਂ ਜੀ ਆਇਆਂ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਸਰਨ ਸਤਿ ਸ੍ਰੀ ਅਕਾਲ ਜੀ। ਪੰਜਾਬ ਦੇ ਰਾਜਨੀਤਿਕ ਦ੍ਰਿਸ਼ ਵਿੱਚ ਔਰਤਾਂ ਦੀ ਸਰਗਰਮੀ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ। ਲੰਘੇ ਦਿਨ ਹਰਗੋਬਿੰਦ ਕੌਰ ਆਂਗਣਵਾੜੀ ਵਰਕਰ ਯੂਨੀਅਨ ਦੀ ਪ੍ਰੈਜ਼ੀਡੈਂਟ, ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਦੇ ਪ੍ਰਧਾਨ ਬਣ ਜਾਂਦੇ ਆ। ਪਹਿਲਾਂ ਉਹ ਸ਼ਮੂਲੀਅਤ ਕਰਦੇ ਆ, ਫਿਰ ਉਹ ਪ੍ਰਧਾਨਗੀ ਹਾਸਲ ਕਰ ਲੈਂਦੇ ਆ। ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਮੌਕੇ ਤੇ ਹੀ ਪ੍ਰਧਾਨ ਬਣਾ ਦਿੰਦੇ ਆ। ਦੂਜਾ ਮਾਮਲਾ, ਅੱਜ ਬੀਜੇਪੀ ਦੇ ਵਿੱਚ ਇੱਕ ਕੋਈ ਵੱਡਾ ਲੀਡਰ ਜਿਹੜਾ ਅੱਜ ਆ ਰਿਹਾ, ਅੱਜ ਦੇ ਦਿਨ 'ਚ ਸਰਗਰਮੀ ਹੋਣ ਵਾਲੀ ਆ। ਦੂਜੀ ਗੱਲ, ਕੱਲ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਸ਼ਾਮੀ ਪੱਤਰ ਲਿਖਿਆ ਗਵਰਨਰ ਨੂੰ, ਉਹ ਸਿਰਫ ਸ਼੍ਰੋਮਣੀ ਕਮੇਟੀ ਦੇ ਮਾਮਲੇ ਦੇ ਵਿੱਚ ਜਿਹੜਾ ਐਕਟ ਆ ਉਹੀ ਕਿਉਂ ਭੇਜਿਆ ਗਿਆ ਚਿੱਠੀ ਦੇ ਵਿੱਚ, ਉਹਦਾ ਹੀ ਕਿਉਂ ਜ਼ਿਕਰ ਹੈ, ਬਾਕੀ ਦੋ ਦਾ ਜ਼ਿਕਰ ਕਿਉਂ ਨਹੀਂ ਕੀਤਾ ਗਿਆ? ਜਦੋਂ ਕਿ ਇੱਕ ਦਿਨ ਪਹਿਲਾਂ ਹੀ ਗਵਰਨਰ ਸਾਹਿਬ ਨੇ ਜਿਹੜਾ ਉਹ ਚਾਂਸਲਰ ਵਾਲਾ ਬਿੱਲ ਸੀ ਉਹਦੇ ਸੰਦਰਭ ਦੇ ਵਿੱਚ ਫੈਸਲਾ ਲਿਆ ਸੀਗਾ। ਤੀਜਾ ਅਤ ਅਹਿਮ ਮਾਮਲਾ, ਅੱਜ ਨੈਸ਼ਨਲ ਰਾਜਨੀਤੀ ਦੇ ਵਿੱਚ ਵੀ ਬਹੁਤ ਸਰਗਰਮੀ ਆ। ਵੈਸੇ ਤਾਂ ਰਾਹੁਲ ਗਾਂਧੀ ਪਹੁੰਚ ਗਏ ਨੇ ਸੁਪਰੀਮ ਕੋਰਟ, ਪਰ ਜੇ ਸੁਪਰੀਮ ਕੋਰਟ 'ਚੋਂ ਰਾਹਤ ਨਹੀਂ ਮਿਲਦੀ, ਬੰਦਾ ਤੇ ਸਾਦਾ ਵਰਗਾ ਹੋ ਜਾਣਾ। 8 ਸਾਲ ਦੀ ਬਾਹਰ ਹੋਣ ਦੀ ਪ੍ਰਕਿਰਿਆ ਹੈ। 8 ਸਾਲ ਚੁਣਾਵੀ ਰਣਨੀਤੀ ਰਾਜਨੀਤੀ ਦੇ ਵਿੱਚੋਂ ਬਾਹਰ ਹੋਣਾ ਪੈਣਾ, ਕੋਈ ਇਲੈਕਸ਼ਨ ਨਹੀਂ ਲੜ ਸਕਣੀ। ਪਰ ਇਹ ਅਜੇ ਫੈਸਲੇ ਹੋਣ ਵਾਲੇ ਆ। ਉਧਰ ਕਾਂਗਰਸ ਨੇ ਸੰਕੇਤ ਕਰਤਾ ਹੈ ਕਿ ਉਹ ਆਮ ਆਦਮੀ ਪਾਰਟੀ ਨੂੰ ਸਪੋਰਟ ਕਰ ਸਕਦੇ ਆ। ਉਧਰ ਮਮਤਾ ਬੈਨਰਜੀ, ਕਿਉਂਕਿ ਹੁਣੇ ਜਿਹੜੀ ਇਲੈਕਸ਼ਨ ਹੋਈ ਆ ਬੰਗਾਲ ਦੇ ਵਿੱਚ, ਉੱਥੇ ਕਾਮਰੇਡਾਂ ਨਾਲ ਤੇ ਕਾਂਗਰਸ ਨਾਲ ਭਿੜੀ ਹੈ, ਪਰ ਉਹਨੇ ਕਿਹਾ ਮੈਂ ਆਉਂਗੀ, ਰੋਟੀ ਨਹੀਂ ਤੁਹਾਡੇ ਨਾਲ ਖਾਣੀ। ਮੈਨੂੰ ਲੱਗਦਾ ਇਹ ਲੋਨ ਦਾ ਮਾਮਲਾ ਹੈ। ਚਲੋ ਲਾਸਟ ਵਿੱਚ ਚੱਲਦੇ ਆ। ਰਾਣਾ ਗੁਰਜੀਤ ਸਿੰਘ ਗੜਸ ਵਾਲੀ ਰਾਜਨੀਤੀ ਕਰਨ ਲਈ ਮੰਨੇ ਜਾਂਦੇ ਆ, ਧਾਕੜ ਰਾਜਨੀਤੀ, ਤੇ ਗਾਂ ਮੁੰਡਾ ਵੀ ਉਹਨਾਂ ਨੇ ਉਸੇ ਰਾਜਨੀਤੀ ਦੇ ਵਿੱਚੋਂ ਜਿਤਾ ਕੇ ਲਿਆਂਦਾ। ਭਾਵੇਂ ਉਹ ਕਾਂਗਰਸ ਕਲਚਰ ਦੇ ਖਿਲਾਫ ਸੀ ਸਾਰਾ ਕੁਝ, ਪਰ ਉਹ ਰਾਣਾ ਇੰਦਰ ਪ੍ਰਤਾਪ ਜਿੱਤ ਕੇ ਆ ਗਏ ਆਜ਼ਾਦ ਵਜੋਂ। ਤੇ ਰਾਣਾ ਗੁਰਜੀਤ ਸਿੰਘ ਅਕਸਰ ਦਾਅਵਾ ਕਰਦੇ ਕਿ ਹਾਂ ਮੈਂ ਲਿਆਇਆ ਜਿਤਾ ਕੇ। ਸੋ ਇਹ ਪਾਰਟੀਆਂ ਦੇ ਅੰਦਰ ਤੇ ਬਾਹਰ ਦੀ ਰਾਜਨੀਤੀ ਆ। ਪਰ ਕੱਲ ਪਰਚਾ ਦਰਜ ਹੋ ਗਿਆ ਰਾਣਾ ਇੰਦਰ ਪ੍ਰਤਾਪ ਤੇ। ਚਲੋ ਆਖਰ ਦੇ ਵਿੱਚ ਇੱਕ ਹੋਰ ਪੰਜਾਬ ਸਰਕਾਰ ਨਾਲ ਜੁੜੀ ਅਹਿਮ ਖਬਰ ਉਹ ਲਵਾਂਗੇ। ਸਭ ਤੋਂ ਪਹਿਲਾਂ ਮੈਂ ਇੰਦਰਪ੍ਰੀਤ ਜੀ ਜਾਣਾ ਚਾਹੂੰਗਾ, ਮੁੱਖ ਮੰਤਰੀ ਸਾਹਿਬ ਦੀ ਕੱਲ ਦੀ ਸ਼ਾਮ ਵਾਲੀ ਮੂਵ, ਉਹਨੇ ਬੜੀ ਹਲਚਲ ਕੀਤੀ ਹੈ। ਬਹੁਤ ਸਾਰੇ ਲੋਕ ਜਿਹੜੇ ਕਿ ਬਾਦਲ ਰਾਜਨੀਤੀ ਨਾਲ ਸਹਿਮਤ ਨਹੀਂ, ਉਹ ਬਹੁਤ ਐਪਰੀਸ਼ੀਏਟ ਕਰ ਰਹੇ ਇਸ ਗੱਲ ਨੂੰ। ਲੇਕਿਨ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਆ ਕਿ ਇਹ ਟ੍ਰੈਂਡ ਚੰਗੇ ਨਹੀਂ ਕਿ ਧਰਮਾਂ ਦੇ ਵਿੱਚ ਸਰਕਾਰਾਂ ਦਖਲ ਦੇਣ। ਫਿਰ ਅੱਜ ਸਿੱਖਾਂ 'ਚ, ਕੱਲ ਨੂੰ ਹਿੰਦੂਆਂ 'ਚ, ਪਰਸੋਂ ਮੁਸਲਮਾਨਾਂ 'ਚ, ਬੋਧੀਆਂ 'ਚ, ਜੈਨੀਆਂ 'ਚ, ਈਸਾਈਆਂ 'ਚ, ਕਿੱਥੇ ਕਿੱਥੇ ਜਾਓਗੇ? ਜਾਂ ਫਿਰ ਲੋਕ ਡਿਮਾਂਡ ਵੀ ਕਰਨ ਲੱਗ ਜਾਣਗੇ। ਸਰਕਾਰਾਂ ਦਾ ਸਰੂਪ ਵੱਖਰੀ ਤਰ੍ਹਾਂ ਦਾ ਹੁੰਦਾ ਤੇ ਧਰਮ ਜਿਹੜਾ ਉਹ ਇੱਕ ਨਿੱਜ ਹੈ, ਇਹ ਵਿਅਕਤਿਤਵ ਆ। ਮੇਰੀ ਇੱਛਾ ਹੈ ਕਿ ਮੈਂ ਧਰਮ ਨੂੰ ਕਿਵੇਂ ਮੰਨਣਾ ਹੈ, ਮੈਂ ਕੀ ਉਹਦੇ ਵਿੱਚ ਕਿੱਦਾਂ ਰਹਿਣਾ, ਅੱਗੇ ਜਾਣਾ ਹੈ। ਖੈਰ ਮੈਂ ਸਿਆਣਾ ਤਾਂ ਹੈ ਨਹੀਂ, ਮੈਂ ਕਿਉਂ ਇਹ ਗੱਲ ਕਰਾਂ, ਮੈਂ ਤੁਹਾਡੇ ਤੋਂ ਹੀ ਪੁੱਛ ਲੈਣਾ। ਗਵਰਨਰ ਸਾਹਿਬ ਕੋਲ ਭੇਜੀ ਗਈ ਚਿੱਠੀ 'ਚ ਕੈਟੇਗੋਰੀਕਲੀ ਸਿਰਫ ਤੇ ਸਿਰਫ ਗੁਰਦੁਆਰਾ ਅਮੈਂਡਮੈਂਟ ਬਿੱਲ ਦਾ ਜ਼ਿਕਰ ਹੈ, ਨਾ ਚਾਂਸਲਰ ਵਾਲਾ ਜ਼ਿਕਰ ਹੈ, ਨਾ ਡੀਜੀਪੀ ਵਾਲਾ ਜ਼ਿਕਰ ਹੈ। ਮੁੱਖ ਮੰਤਰੀ ਇਹਦਾ ਮਤਲਬ ਇੱਕ ਦੋ ਚਿੱਠੀਆਂ ਹੋਰ ਲਿਖਣ ਵਾਲੇ ਆ, ਜਾਂ ਉਹ ਚਾਹੁੰਦੇ ਕਿ ਈਵੈਂਟ ਬਣੇ ਰਹਿਣ। ਅੱਜ ਇਹਦੇ ਤੇ ਗੱਲ ਕਰਦੇ ਆ। ਰਾਜਨੀਤੀ ਜਿਹੜੀ ਇਹਦੇ ਤੇ ਜ਼ਿਆਦਾ ਭਖਦੀ ਹੈ, ਮਤਲਬ ਟੋਟਲ ਰਾਜਨੀਤੀ ਆ ਜਾਂ ਇੱਥੋਂ ਨਿਕਲਿਆ ਵਾਲ ਹੈ ਕੋਈ? ਰੰਧਾਵਾ ਸਾਹਿਬ ਦੇਖੋ, ਮੁੱਖ ਮੰਤਰੀ ਨੇ 4 ਬਿੱਲ ਭੇਜੇ ਸੀਗੇ। ਆਪਾਂ ਗੱਲ ਹਮੇਸ਼ਾ 3 ਦੀ ਕਰਦੇ ਹਾਂ, ਵੈਸੇ 4 ਬਿੱਲ ਸੀਗੇ ਉਹ ਜਿਹੜੇ ਉੱਥੇ ਗਵਰਨਰ ਸਾਹਿਬ ਨੂੰ ਕਰਨਗੇ, ਕਿਉਂਕਿ ਰਾਜਨੀਤੀ ਜਿਹੜੀ ਆ ਉਹ 3 ਦੇ ਉੱਤੇ ਖੜੀ ਹੈ। ਚੌਥਾ ਬਿੱਲ ਤਾਂ ਰੂਟੀਨ ਦਾ ਜਿਹੜਾ ਇੱਕ ਹੁੰਦਾ ਹੈ ਉਹੀ ਹੈ, ਹਾਇਰ ਐਜੂਕੇਸ਼ਨ ਨਾਲ ਜੁੜਿਆ ਹੋਇਆ। ਪਰ ਬਿੱਲ ਐਕਚੁਅਲੀ 4 ਨੇ ਤੇ ਲੇਕਿਨ ਰਾਜਨੀਤੀ ਵਾਲੇ 3 ਨੇ। ਤਿੰਨਾਂ ਚੋਂ ਵੀ ਇੱਕ ਜਿਹੜਾ ਪੰਜਾਬ ਦੀ ਰਾਜਨੀਤੀ ਨੂੰ ਬਹੁਤ ਸੂਟ ਕਰਦਾ ਹੈ, ਉਹ ਜਿਹੜਾ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ, ਯਾਨੀ ਕਿ ਗੁਰਦੁਆਰਾ ਐਕਟ ਦੇ ਵਿੱਚ ਜਿਹੜਾ ਇੱਕ ਸੰਸ਼ੋਧਨ ਵੀ ਨਹੀਂ ਮੈਂ ਕਹੂੰਗਾ ਕਿ ਐਡ ਕੀਤੀ ਹੈ, ਜਿਹੜੀ ਧਾਰਾ 125A, ਉਹਦੇ ਬਾਰੇ ਹੈ। ਉਹਨਾਂ ਨੇ ਕੱਲ ਇੱਕ ਇਹ ਚਿੱਠੀ ਲਿਖੀ ਹੈ ਕਿ ਜੀ ਇਹ 23 ਜੁਲਾਈ ਨੂੰ ਖਤਮ ਹੋ ਜਾਣਾ ਕਰਾਰ। ਉਸ ਤੋਂ ਬਾਅਦ ਜੇ ਤੁਸੀਂ ਮਤਲਬ ਸਾਈਨ ਨਹੀਂ ਕਰੋਗੇ ਤਾਂ ਫਿਰ ਗੁਰਬਾਣੀ ਦਾ ਜਿਹੜਾ ਪ੍ਰਸਾਰਣ ਹੈ ਉਹ ਬਾਧਿਤ ਹੋ ਜਾਏਗਾ। ਲੋਕਾਂ ਨੂੰ ਕਰੋੜਾਂ ਦੀ ਸੰਖਿਆ 'ਚ ਲੋਕ ਸਵੇਰੇ ਉੱਠ ਕੇ ਸ਼ਾਮ ਨੂੰ ਇਹ ਗੁਰਬਾਣੀ ਸੁਣਦੇ ਆ ਜਿਹੜੀ ਦਰਬਾਰ ਸਾਹਿਬ ਤੋਂ ਚੱਲਦੀ ਹੈ। ਤਾਂ ਇਹਦੇ ਤੇ ਇਹਨਾਂ ਨੂੰ ਵਾਂਝਾ ਹੋਣਾ ਪਊਗਾ ਤੇ ਤੁਹਾਨੂੰ ਜਲਦੀ ਤੋਂ ਜਲਦੀ ਇਹ ਜਿਹੜਾ ਐਕਟ ਹੈ ਇਹ ਬਿੱਲ ਹੈ ਇਸ ਤੇ ਸਾਈਨ ਕਰ ਦੇਣੇ ਚਾਹੀਦੇ ਹੈ, ਤਾਂ ਕਿ ਅਗਲੀ ਪ੍ਰਕਿਰਿਆ ਫਿਰ ਸ਼ੁਰੂ ਹੋ ਸਕੇ ਤੇ ਸਾਰੇ ਜਿਹੜੇ ਚੈਨਲਸ ਨੇ ਜਾਂ YouTube ਚੈਨਲਸ ਨੇ ਜਾਂ ਦੂਸਰੇ ਚੈਨਲਸ ਨੇ, ਸੈਟੇਲਾਈਟ ਚੈਨਲਸ ਨੇ, ਉਹਨਾਂ ਨੂੰ ਵੀ ਅਧਿਕਾਰ ਹੋਵੇ
ਕਿ ਉਹ ਇੱਥੋਂ ਫੀਡ ਲੈ ਕੇ ਆਪਣੇ ਗੁਰਬਾਣੀ ਜਿਹੜੀ ਆ ਉਹ ਪ੍ਰਸਾਰਿਤ ਕਰ ਸਕਣ। ਪਰ ਇੱਥੇ ਸਵਾਲ ਇਹੀ ਹੈ ਕਿ ਕੱਲਾ ਇਹੀ ਬਿੱਲ ਕਿਉਂ? ਮੁੱਖ ਮੰਤਰੀ ਦੇ ਨਾਤੇ ਤਾਂ ਉਹਨਾਂ ਦਾ ਫਰਜ਼ ਹੈ ਕਿ ਉਹ ਚਾਰੋਂ ਬਿੱਲਾਂ ਦੀ ਗੱਲ ਕਰਨ, ਕਿਉਂਕਿ ਉਹਨਾਂ ਨੇ ਇੱਕ ਬਿੱਲ ਨਹੀਂ ਭੇਜਿਆ ਹੋਇਆ, ਔਰ ਨਾ ਹੀ ਕੱਲਾ ਇਹ ਬਿੱਲ ਇੰਨਾ ਇੰਪੋਰਟੈਂਟ ਹੈ ਕਿ ਕੱਲਾ ਇਸੇ ਤੇ ਹੀ ਗੱਲ ਕੀਤੀ ਜਾਏ, ਬਾਕੀ ਸਾਰੇ ਛੋੜ ਦਿੱਤੇ ਜਾਣ। ਜੇ ਕੀ ਉਹਨਾਂ ਨੂੰ ਇਹ ਨਹੀਂ ਲੱਗ ਰਿਹਾ ਕਿ ਜਿਹੜੇ ਵਾਈਸ ਚਾਂਸਲਰ ਦਾ ਜਿਹੜਾ ਅਧਿਕਾਰ ਰਾਜਪਾਲ ਕੋਲ ਹੈ, ਇਸ ਟਾਈਮ ਵਾਈਸ ਚਾਂਸਲਰ ਰਾਜਪਾਲ ਕੋਲ ਨੇ, ਉਹ ਕੱਟ ਕੇ ਹੁਣ ਮੁੱਖ ਮੰਤਰੀ ਕੋਲ ਕੀਤੇ ਨੇ ਯੂਨੀਵਰਸਿਟੀਆਂ ਦੇ, ਕੀ ਉਹਨਾਂ ਨੂੰ ਇਹ ਇੰਪੋਰਟੈਂਟ ਨਹੀਂ ਲੱਗਦਾ ਬਿੱਲ? ਜਦਕਿ ਇਹ ਸਾਰੀ ਕੰਟਰੀ ਦੇ ਵਿੱਚ ਹੁਣ ਘੱਟੋ ਘੱਟ 6-7 ਸਟੇਟਾਂ ਇਹਦੇ ਉੱਤੇ ਲੜ ਰਹੀਆਂ ਨੇ ਵੀ ਜਿਹੜਾ ਚਾਂਸਲਰ ਹੈ ਉਹ ਗਵਰਨਰ ਹੋਵੇ ਕਿ ਮੁੱਖ ਮੰਤਰੀ ਹੋਵੇ। ਸੋ ਇਸ ਦੇ ਉੱਤੇ ਇਹ ਲੜਾਈ ਉਹਨਾਂ ਨੂੰ ਕੀ ਘੱਟ ਲੱਗ ਰਹੀ ਹੈ, ਛੋਟੀ ਲੱਗ ਰਹੀ ਹੈ? ਦੂਸਰਾ ਡੀਜੀਪੀ ਦੀ ਨਿਯੁਕਤੀ ਦਾ ਮਾਮਲਾ ਹੈ। ਇੰਦਰਪ੍ਰੀਤ ਜੀ, ਤੁਹਾਡੀ ਖਬਰ ਸੀ, ਤੁਹਾਡੀ ਅਖਬਾਰ ਦੀ ਲੰਘੇ ਦਿਨ ਅੱਜ ਵੀ ਛਪੀ ਹੈ ਕਿ ਗਵਰਨਰ ਸਾਹਿਬ ਨੂੰ ਭੇਜਿਆ ਸਰਕਾਰ ਨੇ ਪ੍ਰਸਤਾਵ ਕਿ ਸਾਡੇ ਕੋਲ ਬੇਅੰਤ ਇੰਜੀਨੀਅਰਿੰਗ ਕਾਲਜ ਹੁੰਦਾ ਸੀ ਪਹਿਲਾਂ, ਅੱਜ ਕੱਲ੍ਹ ਸ਼ਾਇਦ ਉਹ ਯੂਨੀਵਰਸਿਟੀ ਬਣਾਤਾ ਗਿਆ ਗੁਰਦਾਸਪੁਰ ਦੇ ਵਿੱਚ, ਕਿ ਉਹਦੇ ਵਾਈਸ ਚਾਂਸਲਰ ਹੈ ਨਹੀਂ, ਤੇ ਵਾਈਸ ਚਾਂਸਲਰ ਦਾ ਜਿਹੜਾ ਚਾਰਜ ਆ ਉਹ ਟੈਕਨੀਕਲ ਐਜੂਕੇਸ਼ਨ ਦੇ ਸੈਕਟਰੀ ਨੂੰ ਦੇ ਦਿਓ। ਲੇਕਿਨ ਗਵਰਨਰ ਸਾਹਿਬ ਨੇ ਗਵਰਨਮੈਂਟ ਦੇ ਪ੍ਰਸਤਾਵ ਨੂੰ ਰੱਖਿਆ ਪਾਸੇ ਤੇ ਉੱਥੇ ਚਾਰਜ ਦਿੱਤਾ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਿਹੜੀ ਕਪੂਰਥਲੇ 'ਚ ਹੈ, ਉਹਦੇ ਡਾਕਟਰ ਮਿੱਤਲ ਨੂੰ ਦਿੱਤਾ। ਮਤਲਬ ਮਾਮਲਾ ਤੇ ਇਹ ਆ ਕਿ ਚਿੱਠੀ ਤਾਂ ਤੁਰੰਤ ਪ੍ਰਭਾਵ ਨਾਲ ਉਹ ਵੀ ਜ਼ਿਕਰ ਹੋਣਾ ਚਾਹੀਦਾ ਸੀ ਵੀ ਕੱਲ ਤੁਸੀਂ ਸਾਡੀਆਂ ਰਿਕਮੈਂਡੇਸ਼ਨ ਨੂੰ ਦਰਕਿਨਾਰ ਕਰਤਾ। ਬਿਲਕੁਲ, ਮੈਂ ਉਸੇ ਗੱਲ ਤੇ ਹੀ ਆ ਰਿਹਾ ਸੀ। ਮੈਂ ਥੋੜੀ ਜਿਹੀ ਭੂਮਿਕਾ ਰੱਖ ਰਿਹਾ ਇਹ ਕਿ ਜਿਹੜੀ ਇਹ ਚੀਜ਼ਾਂ ਨੇ, ਇਹ ਕਦੇ ਵੀ ਨਹੀਂ ਹੋਇਆ ਅੱਜ ਤੱਕ ਕਿ ਕਿਸੇ ਨਾਲ ਦੀ ਯੂਨੀਵਰਸਿਟੀ ਦੇ ਵੀਸੀ ਨੂੰ ਚਾਰਜ ਦਿੱਤਾ ਹੋਵੇ। ਹਮੇਸ਼ਾ ਇਹੀ ਹੁੰਦਾ ਕਿ ਜਦੋਂ ਵੀ ਵੀਸੀ ਦੀ ਪੋਸਟ ਖਾਲੀ ਹੋ ਜਾਂਦੀ ਹੈ, ਉਹ ਆਟੋਮੈਟਿਕ ਹੀ ਜਿਹੜਾ ਉਸ ਡਿਪਾਰਟਮੈਂਟ ਦਾ ਸੈਕਟਰੀ ਹੈ, ਐਡਮਿਨਿਸਟ੍ਰੇਟਿਵ ਸੈਕਟਰੀ ਹੈ, ਉਹਦੇ ਕੋਲੇ ਉਹ ਵਾਈਸ ਚਾਂਸਲਰ ਉਹਦਾ ਹੋ ਜਾਂਦਾ ਹੈ। ਅਨੁਰਾਗ ਵਰਮਾ ਪੰਜਾਬੀ ਯੂਨੀਵਰਸਿਟੀ ਦੇ ਐਜ਼ ਹਾਇਰ ਐਜੂਕੇਸ਼ਨ ਸੈਕਟਰੀ ਲੰਬਾ ਸਮਾਂ ਵਾਈਸ ਚਾਂਸਲਰ ਰਹੇ ਨੇ। ਹੋਰ ਵੀ ਅਮਰਿਤ ਤਿਵਾੜੀ ਰਹੇ ਨੇ ਕਈ ਯੂਨੀਵਰਸਿਟੀਆਂ ਦੇ, ਜਦੋਂ FCD ਸੀਗੇ ਉਦੋਂ PAU ਦੇ ਉਹ ਵਾਈਸ ਚਾਂਸਲਰ ਵੀ ਹੁੰਦੇ ਸੀਗੇ ਜਦੋਂ ਖਾਲੀ ਪਿਆ ਸੀ। ਤਾਂ ਇਹ ਹੁੰਦਾ ਹੀ ਹੈ ਕਿ ਉਹ ਸੈਕਟਰੀ ਕੋਲ ਹੀ ਆਂਦਾ ਹੁੰਦਾ ਹੈ। ਪਹਿਲੀ ਵਾਰ ਹੈ ਕਿ ਗਵਰਨਰ ਨੇ ਰਾਜ ਸਰਕਾਰ ਦੀ ਜਿਹੜੀ ਡਿਮਾਂਡ ਸੀ ਉਹਨੂੰ ਦਰਕਿਨਾਰ ਕਰਕੇ ਬੇਅੰਤ ਸਿੰਘ ਇੰਜੀਨੀਅਰਿੰਗ ਕਾਲਜ ਗੁਰਦਾਸਪੁਰ ਦਾ ਜਿਹੜੇ VC ਦਾ ਚਾਰਜ ਜਿਹੜਾ ਹੈਗਾ ਉਹ PTU ਦੇ VC ਨੂੰ ਦੇਤਾ। ਇਹ ਬੜੀ ਅਚੰਭੇ ਵਾਲੀ ਗੱਲ ਹੈ, ਮੇਰੇ ਲਈ ਤਾਂ ਖਾਸ ਤੌਰ ਤੇ ਅਚੰਭੇ ਵਾਲੀ ਹੈ ਕਿ ਇਸ ਤਰ੍ਹਾਂ ਆਮ ਤੌਰ ਤੇ ਕਦੇ ਹੁੰਦਾ ਨਹੀਂ ਹੁੰਦਾ ਇਹਦੇ ਵਿੱਚ। ਕਿਉਂਕਿ ਇਸ ਕਰਕੇ ਵੀ ਇੰਪੋਰਟੈਂਟ ਹੈ ਕਿ ਜਦੋਂ ਆਪਾਂ ਗੱਲ ਕਰ ਰਹੇ ਹਾਂ ਵੀ ਵਾਈਸ ਚਾਂਸਲਰ ਕੌਣ ਹੋਣ, ਗਵਰਨਰ ਹੋਵੇ ਕਿ ਮੁੱਖ ਮੰਤਰੀ ਹੋਵੇ, ਉਹ ਬਿੱਲ ਹਜੇ ਤੱਕ ਪੈਂਡਿੰਗ ਪਿਆ। 20 ਦਿਨ ਤੋਂ ਉੱਤੇ ਹੋ ਗਿਆ ਹੈ, ਅੱਜ ਤਾਂ 22ਵਾਂ ਦਿਨ ਹੈ, ਸੌਰੀ ਅੱਜ 22ਵਾਂ ਦਿਨ ਹੈ ਗਵਰਨਰ ਸਾਹਿਬ ਕੋਲ ਇਹ ਬਿੱਲ ਪੈਂਡਿੰਗ ਪਿਆ। ਉਹਨਾਂ ਨੇ ਹਜੇ ਤੱਕ ਸਾਈਨ ਹੀ ਨਹੀਂ ਕੀਤੇ ਇਸ ਤੇ। ਚਲੋ ਜੇ ਸਾਈਨ ਨਹੀਂ ਕਰਨੇ, ਰੱਦ ਕਰਨਾ ਤਾਂ ਫਿਰ ਰੱਦ ਕਰਕੇ ਭੇਜ ਦੇਣ, ਕੋਈ ਡਿਸੀਜਨ ਤਾਂ ਲੈਣ ਉਸ ਤੇ ਵੀ ਭਾਈ ਮੈਨੂੰ ਤੁਸੀਂ ਜਿਹੜਾ ਇਹ ਬਿੱਲ ਭੇਜਿਆ ਉਹ ਜਿਹੜੇ ਸੰਵਿਧਾਨ ਦੇ ਅਧਿਕਾਰ ਨੇ ਉਸ ਚੋਂ ਅਲੱਗ ਹਟ ਕੇ ਹੈ, ਇਸ ਕਰਕੇ ਮੈਂ ਇਹਨੂੰ ਸਾਈਨ ਨਹੀਂ ਕਰੂੰਗਾ। ਮੈਨੂੰ ਜੋ ਪਤਾ ਲੱਗਿਆ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬੰਦ ਕਮਰਾ ਮੀਟਿੰਗਾਂ ਵਕੀਲਾਂ ਨਾਲ ਚੱਲ ਰਹੀਆਂ ਨੇ ਇਹਨਾਂ ਬਿੱਲਾਂ ਨੂੰ ਲੈ ਕੇ ਹੀ, ਤੇ ਹਜੇ ਤੱਕ ਕੋਈ ਕਿਸੇ ਤਿੰਨੋਂ ਬਿੱਲਾਂ ਤੇ ਕੋਈ ਫੈਸਲੇ ਨਹੀਂ ਹੋਇਆ। ਸੋ ਮੈਨੂੰ ਇਹ ਲੱਗ ਰਿਹਾ ਕਿ ਇਹ ਵੀ ਅਲੱਗ ਕਿਸਮ ਦੀ ਇੱਕ ਰਾਜਨੀਤੀ ਹੈ ਜਿਹੜੀ ਇੱਕ ਤਾਂ ਮੁੱਖ ਮੰਤਰੀ ਵਰਸਸ ਜਿਹੜੀ ਉਹ ਚੱਲ ਹੀ ਰਹੀ ਹੈ। ਤਾਂ ਹੀ ਕਰਕੇ ਕੱਲ ਜਿਹੜਾ ਮੁੱਖ ਮੰਤਰੀ ਨੇ ਵੀ ਇੱਕ ਲੈਟਰ ਲਿਖਿਆ, ਉਹ ਵੀ ਕੱਲੇ ਤੇ ਕੱਲਾ ਜਿਹੜਾ ਹੈਗਾ ਉਹ ਗੁਰਦੁਆਰਾ ਐਕਟ ਦੀ ਜਿਹੜੀ ਅਮੈਂਡਮੈਂਟ ਹੈ ਉਸੇ ਤੇ ਲਿਖਿਆ। ਜਦਕਿ ਮੈਨੂੰ ਇਹ ਲੱਗਦਾ ਕਿ ਐਜ਼ ਚੀਫ ਮਿਨਿਸਟਰ ਉਹਨਾਂ ਨੂੰ ਤਿੰਨੋਂ ਬਿੱਲ ਜਾਂ ਚਾਰੋਂ ਬਿੱਲ ਦਾ ਜ਼ਿਕਰ ਕਰਨਾ ਚਾਹੀਦਾ ਸੀ। ਇੱਕ ਬਿੱਲ ਦੇ ਉੱਤੇ ਜ਼ਿਕਰ ਕਰਕੇ ਉਹਨਾਂ ਨੇ ਵੀ ਇਹੀ ਦਰਸਾਇਆ ਵੀ ਉਹ ਵੀ ਪੋਲਿਟਿਕਸ ਹੀ ਕਰ ਰਿਹਾ। ਇੱਕ ਤੀਰ ਕਿੰਨੇ ਨਿਸ਼ਾਨੇ? ਇੱਕ ਤੀਰ ਬਾਦਲ ਨਿਸ਼ਾਨੇ, ਇੱਕ ਤੀਰ ਸ਼੍ਰੋਮਣੀ ਕਮੇਟੀ ਨਿਸ਼ਾਨਾ, ਇੱਕ ਤੀਰ ਗਵਰਨਰ ਨਿਸ਼ਾਨਾ। ਸੋ ਮੁੱਖ ਮੰਤਰੀ ਨੂੰ ਲੱਗਦਾ ਸੀ ਵੀ ਇਹ ਮੂਵ ਸਭ ਤੋਂ ਬਿਹਤਰ ਆ, ਇਹ ਕਰਨੀ ਚਾਹੀਦੀ ਹੈ। ਵੈਸੇ ਉਹਨਾਂ ਨੇ 2 ਦਿਨ ਪਹਿਲਾਂ ਕਿਹਾ ਸੀ ਵੀ ਮੈਂ ਹੜਾ ਤੋਂ ਵਿਹਲਾ ਹੋ ਕੇ ਪੋਲਿਟਿਕਸ ਕਰੂੰਗਾ। ਚੰਡੀਗੜ੍ਹ ਦੇ 10 ਏਕੜ ਵਾਲੇ ਮਾਮਲੇ ਤੇ ਉਹਨਾਂ ਨਹੀਂ ਕੁਝ ਕਿਹਾ। ਇਹ ਵੀ ਤਾਂ ਗਵਰਨਰ ਨੂੰ ਲਿਖਣਾ, ਇਹ ਚਿੱਠੀ ਪਹਿਲਾਂ ਲਿਖੀ ਜਾਣੀ ਚਾਹੀਦੀ ਸੀ। ਮੈਨੂੰ ਲੱਗਦਾ ਗਵਰਨਰ ਨੂੰ ਚੰਡੀਗੜ੍ਹ ਦੇ ਪ੍ਰਸ਼ਾਸਕ ਹੋਣ ਦੀ ਹੈਸੀਅਤ ਦੇ ਵਿੱਚ ਨਾਲ ਹੀ ਗਵਰਨਰ ਪੰਜਾਬ ਹੋਣ ਦੀ ਹੈਸੀਅਤ 'ਚ ਇਹ ਪੁੱਛ ਲੈਣਾ ਚਾਹੀਦਾ ਸੀ ਕਿ ਸਾਹਿਬ ਤੁਸੀਂ ਪਹਿਲਾਂ ਗਵਰਨਰ ਹੋ ਫਿਰ ਤੁਸੀਂ ਪ੍ਰਸ਼ਾਸਕ ਹੋ, ਕਿਉਂਕਿ ਇੱਕ ਵੇਲੇ ਪ੍ਰਸ਼ਾਸਕ ਦਾ ਚਾਰਜ ਪੰਜਾਬ ਦੇ ਗਵਰਨਰ ਨੂੰ ਦਿੱਤਾ ਗਿਆ ਸੀ ਜਦੋਂ ਇਹ ਗੜਬੜਗ੍ਰਸਤ ਇਲਾਕਾ ਐਲਾਨਿਆ ਗਿਆ ਸੀ। ਸਵਾਲ ਤੇ ਇਸ ਗੱਲ ਦਾ ਹੈ ਕਿ ਹੁਣ ਉਸ ਤੋਂ ਪਹਿਲਾਂ ਵੀ ਚੰਡੀਗੜ੍ਹ ਦੇ ਵਿੱਚ ਕਮਿਸ਼ਨਰ ਪੰਜਾਬ ਦਾ ਹੁੰਦਾ ਸੀ ਜਿਹੜਾ ਮੁਖੀ ਹੁੰਦਾ ਸੀ, ਤੇ SSP ਪੰਜਾਬ ਦਾ ਹੁੰਦਾ ਸੀ, DC ਹਰਿਆਣੇ ਦਾ ਹੁੰਦਾ ਸੀ, ਇੰਝ ਸੀ। ਮੈਂ ਫਿਰ ਸਵਾਲ ਕਰਦਾ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਜਦੋਂ ਇਹ ਨਿਸ਼ਾਨਾ ਸਾਧਿਆ ਤਾਂ ਉਹਨਾਂ ਨੇ ਇਸ ਰਾਜਨੀਤੀ ਨੂੰ ਐਕਸਪੋਜ਼ ਕਰਨ ਦਾ ਯਤਨ ਕੀਤਾ। ਹਾਲਾਂਕਿ ਕੁਝ ਸਵਾਲ ਸ਼੍ਰੋਮਣੀ ਕਮੇਟੀ ਵੱਲ ਵੀ ਹੈ। ਸ਼੍ਰੋਮਣੀ ਕਮੇਟੀ ਨੂੰ ਇਹਨਾਂ ਸਵਾਲਾਂ ਚੋਂ ਲੰਘਣਾ ਪਏਗਾ।
ਉਹਨਾਂ ਨੂੰ ਆਪਣੀ ਹਰ ਮੂਵ ਟਰਾਂਸਪੇਰੈਂਟ ਤਰੀਕੇ ਨਾਲ ਦਿਖਾਉਣੀ ਪਏਗੀ। ਮਤਲਬ ਜੇਕਰ ਤੁਸੀਂ ਇੱਕ ਚੈਨਲ ਨਾਲ ਕੰਟਰੈਕਟ ਖਤਮ ਹੋਣ ਤੋਂ ਬਾਅਦ ਅੱਗੇ ਵਧਣਾ, ਤੁਹਾਡੇ ਕੋਲ 1 ਮਹੀਨੇ ਦਾ ਸਮਾਂ ਸੀ, ਤਾਂ ਤੁਸੀਂ ਉਹਦੇ ਲਈ ਆਪਣੇ ਵਿਅਕਤੀ ਅਪਾਇੰਟ ਕਰਨ ਲਈ ਕੋਈ ਇਸ ਪ੍ਰਸਤਾਵ ਤੇ ਕੰਮ ਕੀਤਾ, ਜਾਂ ਇਹ ਕੰਮ ਆਊਟਸੋਰਸਿੰਗ ਰਾਹੀਂ ਕਰਵਾਉਣ ਲਈ ਕੀ ਤੁਸੀਂ ਕੋਈ ਇਸ਼ਤਿਹਾਰ ਦਿੱਤੇ ਵੱਡੀਆਂ ਅਖਬਾਰਾਂ ਦੇ ਵਿੱਚ? ਉਸ ਤੋਂ ਬਾਅਦ ਇਹ ਵੀ ਸਵਾਲ ਆ ਕਿ ਜੇਕਰ ਤੁਸੀਂ ਅੱਗੇ ਚੱਲ ਕੇ ਆਪਣਾ ਸੈਟੇਲਾਈਟ ਚੈਨਲ ਸਥਾਪਿਤ ਕਰਨਾ ਹੈ ਤਾਂ ਉਹਦੇ ਲਈ ਤੁਹਾਨੂੰ ਕੰਸਲਟੈਂਟ ਚਾਹੀਦੇ ਆ। ਲੋਕ ਇਹ ਵੀ ਪੁੱਛਣਗੇ ਕਿ ਇਹ ਤੁਸੀਂ ਖੁੱਲੀ ਮੰਡੀ ਚੋਂ ਕੋਈ ਇਸ਼ਤਿਹਾਰ ਦੇ ਕੇ ਬਿਡਸ ਲਈਆਂ, ਟੈਂਡਰ ਕਾਲ ਕੀਤੇ? ਸ਼੍ਰੋਮਣੀ ਕਮੇਟੀ ਨੂੰ ਬੜੇ ਫੂਕ ਕੇ ਕਦਮ ਰੱਖਣੇ ਪੈਣਗੇ। ਫਿਲਹਾਲ ਜਿਹੜਾ 12 ਲੱਖ ਰੁਪਏ ਦਾ ਤੁਸੀਂ ਕੰਮ ਦਿੱਤਾ ਹੈ, ਇਹ ਕਿੰਨਾਂ ਨੂੰ ਦਿੱਤਾ? ਕਿ ਉਹੀ ਲੋਕ ਆ ਜਿਹੜੇ ਪਹਿਲਾਂ ਕਰ ਰਹੇ ਆ, ਜਾਂ ਕੋਈ ਨਵੇਂ ਲੋਕ ਨੇ? ਇਹਦੇ ਉੱਤੇ ਕਦੋਂ ਇਸ਼ਤਿਹਾਰ ਹੋਇਆ ਤੇ ਕਦੋਂ ਇਹਦੇ ਉੱਤੇ ਟੈਂਡਰ ਹੋਏ? ਜੇ ਕੱਲ ਨੂੰ ਟਰਾਂਸਪੇਰੈਂਸੀ ਦੇ ਵਿੱਚ ਪੁੱਛਿਆ ਜਾਊਗਾ, ਮੰਨ ਲਓ ਆਰਟੀਆਈ ਦੇ ਘੇਰੇ 'ਚ ਦਾਇਰੇ 'ਚ ਆਉਂਦੀ ਹੈ ਸ਼੍ਰੋਮਣੀ ਕਮੇਟੀ, ਤਾਂ ਸ਼੍ਰੋਮਣੀ ਕਮੇਟੀ ਜੇ ਟੈਂਡਰ ਨਹੀਂ ਕਾਲ ਕੀਤੇ ਗਏ ਤਾਂ ਕਿਵੇਂ ਦਾ ਜਵਾਬ ਦੇਊਗੀ? ਇਹ ਸਵਾਲ ਘੁੰਮਦੇ ਰਹਿਣੇ ਆ। ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਐਡਵੋਕੇਟ ਹੋਣ ਦੇ ਨਾਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਲੀਅਰ ਕਰ ਲੈਣ। ਇਹ ਆਖਰੀ ਟਵੀਟ ਜਾਂ ਆਖਰੀ ਚਿੱਠੀ ਨਹੀਂ ਆ ਮੁੱਖ ਮੰਤਰੀ ਦੀ, ਇਹ ਸਿਲਸਿਲਾ ਬਣਿਆ ਰਹਿਣਾ ਔਰ ਇਹ ਸਿਆਸਤ ਬਾਰਾ ਖਾਂਦੀ ਆ, ਇਹ ਹੁੰਦੀ ਰਹਿਣੀ ਆ। ਔਰ ਬਹੁਤ ਸਾਰੇ ਲੋਕ ਜਜ਼ਬਾਤੀ ਹੋਏ ਕਹਿੰਦੇ ਵੀ ਇਹ ਤਾਂ ਠੀਕ ਕੀਤਾ ਮੁੱਖ ਮੰਤਰੀ ਸਾਹਿਬ ਨੇ। ਮੁੱਖ ਮੰਤਰੀ ਸਾਹਿਬ ਨੇ ਠੀਕ ਕੀਤਾ। ਪਾਪੂਲਰਿਜ਼ਮ ਇਹੀ ਕਹਿੰਦਾ ਹੈ, ਜਿਹੜੀ ਲੋਕ ਰਾਏ ਦੇ ਅਨੁਸਾਰ ਚੱਲਣਾ ਹੀ ਸਭ ਤੋਂ ਬਿਹਤਰ ਪੋਲਿਟਿਕਸ ਮੰਨੀ ਜਾਂਦੀ ਹੈ, ਪਰ ਇਹਦੇ ਸਾਈਡ ਇਫੈਕਟਸ ਬੜੇ ਨੇ। ਭਾਸਕਰ ਸਾਹਿਬ, ਨੈਸ਼ਨਲ ਪੋਲਿਟਿਕਸ ਵਿੱਚ ਬਹੁਤ ਹੜਕੰਪ ਮਚਿਆ ਹੋਇਆ। ਜੋ ਅਸੀਂ ਦੇਖ ਰਹੇ ਹਾਂ ਉਹਦੇ ਵਿੱਚ ਸਭ ਤੋਂ ਵੱਡਾ ਮਾਮਲਾ ਸੀ ਕਿ ਜਿਹੜੀ 17-18 ਦੀ ਮੀਟਿੰਗ ਹੈ, ਉਹਦੇ ਵਿੱਚ ਕੀ ਆਮ ਆਦਮੀ ਪਾਰਟੀ ਸ਼ਾਮਲ ਹੋਊਗੀ? ਜਿੱਦਾਂ ਤ੍ਰਿਣਮੂਲ ਕਾਂਗਰਸ ਨਾਲ ਰੌਲੇ ਪਏ ਸੀ, ਹੁਣੇ ਉੱਥੇ ਚੋਣਾਂ, ਸਥਾਨਕ ਚੋਣਾਂ ਹੋਈਆਂ, ਉਸ ਤੋਂ ਬਾਅਦ ਕੀ ਉਹ ਆਊਗੀ ਵਿੱਚ? ਇਹ ਵੀ ਸਵਾਲ ਸੀਗੇ। ਉਧਰਲੇ ਬੰਨੇ ਐਨਡੀਏ ਦੇ ਵਿੱਚ ਨਵੇਂ ਲੋਕ ਸ਼ਾਮਲ ਹੋ ਰਹੇ ਆ। ਪਤਾ ਲੱਗਿਆ ਚਿਰਾਗ ਪਾਸਵਾਨ ਤੇ ਉਹਦੇ ਪੂਰੇ ਪਰਿਵਾਰ ਨੂੰ, ਚਾਚੇ ਨੂੰ, ਬਾਕੀਆਂ ਨੂੰ ਇਕੱਠੇ ਕਰਨ ਦੀ ਕਵਾਇਦ ਹੋ ਰਹੀ ਹੈ। ਜੇਜੇਪੀ ਬਾਰੇ ਜ਼ਿਕਰ ਹੈ ਕਿ ਅਸੀਂ ਤੁਹਾਡੇ ਨਾਲ ਇਕੱਠਿਆਂ ਇਲੈਕਸ਼ਨ ਨਹੀਂ ਲੜਨੀ, ਤੁਸੀਂ ਵੱਖਰੀ ਲੜ ਕੇ ਆ ਜਾਓ, ਏਦਾਂ ਵਿਚਲਾ ਇੱਕ ਫਰੈਂਡਲੀ ਮੈਚ ਵੀ ਹੋ ਸਕਦਾ। ਸੋ ਨੈਸ਼ਨਲ ਰਾਜਨੀਤੀ ਦੀ ਜਿਹੜੀ ਤਸਵੀਰ ਆ, ਔਰ ਜੇਕਰ ਇੰਜ ਹੋ ਗਿਆ ਕਿਤੇ ਕਿ ਸੁਪਰੀਮ ਕੋਰਟ ਚੋਂ ਰਾਹੁਲ ਗਾਂਧੀ ਨੂੰ ਨਾ ਕੋਈ ਰਾਹਤ ਮਿਲੀ, ਤੇ ਇਹ ਤੇ ਮਾਮਲਾ ਬੜਾ ਭਾਰੀ ਪੈਣ ਵਾਲਾ। ਕੀ ਕਹਿੰਦੇ ਹੋ? ਜੁਲਾਈ 18 ਪੋਲੀਟੀਕਲ ਸਾਇਆ ਪੂਰੇ ਦੇਸ਼ ਦੇ ਵਿੱਚ ਬੜਾ ਭਾਰੀ ਹੈ, ਕਿਉਂਕਿ ਇੱਕ ਤਰਫਾ ਦਿੱਲੀ ਦੇ ਵਿੱਚ ਐਨਡੀਏ ਆਪਣੀ ਸਟੇਜ ਸਜਾਏਗੀ, ਯਾਨੀ ਆਪਣੀ ਸੈਨਾ ਤਿਆਰ ਕਰੇਗੀ। ਦੂਜੇ ਪਾਸੇ ਆਪੋਜੀਸ਼ਨ ਪਾਰਟੀ ਵੀ ਇਕੱਠੀ ਹੋਏਗੀ ਬੈਂਗਲੁਰੂ ਦੇ ਵਿੱਚ। ਹੁਣ ਬੈਂਗਲੁਰੂ ਦੇ ਵਿੱਚ ਕੌਣ ਆਉਣ ਵਾਲਾ ਹੈ, ਕੌਣ ਨਹੀਂ ਆਏਗਾ, ਜਾਂ ਉਹਨਾਂ ਵਿੱਚੋਂ ਕੋਈ ਜਹਾਜ਼ ਦਿੱਲੀ ਵੱਲੋਂ ਮੋੜ ਦੇਗਾ, ਇਹਦੀ ਵੀ ਗੱਲਾਂ ਤੁਰਨੀ ਸ਼ੁਰੂ ਹੋ ਗਈਆਂ। ਜੇ 18 ਜੁਲਾਈ ਬੈਂਗਲੁਰੂ ਤੋਂ ਗੱਲ ਸ਼ੁਰੂ ਕਰੋ, ਪਿਛਲੀ ਜੂਨ 23 ਦੀ ਮੀਟਿੰਗ ਦੇ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਸ਼ਰਤ ਰੱਖੀ ਸੀ, ਜੇ ਕਾਂਗਰਸ ਆਪਣਾ ਸਟੈਂਡ ਕਲੀਅਰ ਨਹੀਂ ਕਰੇਗੀ ਆਰਡੀਨੈਂਸ ਦੇ ਮੁੱਦੇ ਤੇ ਰਾਜ ਸਭਾ ਦੇ ਵਿੱਚ, ਉਹ ਕਿਸ ਦਾ ਵਿਰੋਧ ਤੇ ਕਿਹਦਾ ਸਾਥ ਦੇਗੀ, ਤਦ ਤੱਕ ਅਸੀਂ ਅਗਲੀ ਮੀਟਿੰਗ ਦੇ ਵਿੱਚ ਨਹੀਂ ਆਵਾਂਗੇ। ਕੱਲ ਮੀਟਿੰਗ ਹੋ ਗਈ। ਉਸ ਮੀਟਿੰਗ ਦੇ ਵਿੱਚ ਕਾਂਗਰਸ ਨੇ ਇਹ ਗੱਲ ਕਲੀਅਰ ਕਰਤੀ ਕਿ ਗਵਰਨਰਾਂ ਦੀ ਇੰਟਰਫੇਰੈਂਸ, ਕਿਸੇ ਵੀ ਤਰੀਕੇ ਨਾਲ ਡੈਮੋਕ੍ਰੇਸੀ ਦੇ ਉੱਤੇ ਹੋਣ ਵਾਲਾ ਹਮਲਾ ਜਾਂ ਇੰਟਰਵੈਂਸ਼ਨ, ਉਸ ਮੁੱਦੇ ਦੇ ਉੱਤੇ ਗਵਰਨਰਾਂ ਦਾ ਇਲੈਕਟਿਡ ਸਰਕਾਰਾਂ ਦੇ ਕੰਮਕਾਜ ਦੇ ਵਿੱਚ ਵਿਧਨ ਪਾਉਣ ਦੇ ਮੁੱਦੇ ਦੇ ਉੱਤੇ ਅਸੀਂ ਰਾਜ ਸਭਾ ਔਰ ਲੋਕ ਸਭਾ ਦੇ ਵਿੱਚ ਡਟ ਕੇ ਵਿਰੋਧ ਕਰਾਂਗੇ। ਮਨੀਪੁਰ ਦੇ ਵਿੱਚ ਹੋਣ ਵਾਲੀ ਹਿੰਸਾ ਦਾ ਵੀ ਡਟ ਕੇ ਵਿਰੋਧ ਕਰਾਂਗੇ। ਇਸ ਰਾਹੀਂ ਉਹ ਜਿਹੜੀ ਮੰਗ ਜਿਹੜੀ ਆਮ ਆਦਮੀ ਪਾਰਟੀ ਨੇ ਕੀਤੀ ਸੀ, ਕਾਂਗਰਸ ਆਪਣਾ ਸਟੈਂਡ ਸਪਸ਼ਟ ਕਰਤਾ ਅਗਲਿਆਂ ਨੇ। ਹੁਣ 17 ਤਰੀਕ ਦੇ ਸੋਨੀਆ ਗਾਂਧੀ ਦੇ ਡਿਨਰ ਦੇ ਵਿੱਚ ਕੀ ਆਮ ਆਦਮੀ ਪਾਰਟੀ ਜਾਏਗੀ? ਹਾਲਾਂਕਿ ਕਾਂਗਰਸ ਇਹ ਕਲੇਮ ਕਰ ਰਹੀ ਹੈ ਕਿ ਕੇਜਰੀਵਾਲ ਉਹਨਾਂ ਸਾਡੇ ਡਿਨਰ ਤੇ ਵੀ ਆਣਗੇ ਤੇ ਜੁਲਾਈ 18 ਦੀ ਉਸ ਮੀਟਿੰਗ ਤੇ ਵੀ ਆਣਗੇ। ਹਾਲਾਂਕਿ ਕੇਜਰੀਵਾਲ ਉਹਨਾਂ ਨੇ ਆਪਣਾ ਸਟੈਂਡ ਹਜੇ ਤੱਕ ਸਪਸ਼ਟ ਨਹੀਂ ਕੀਤਾ, ਪਰ ਕਾਂਗਰਸ ਨੇ ਆਪਣਾ ਸਟੈਂਡ ਸਪਸ਼ਟ ਕਰਤਾ। ਭਾਸਕਰ ਸਾਹਿਬ, ਇਹਦਾ ਮਤਲਬ ਹੈ ਕਿ ਬਾਜਵਾ ਸਾਹਿਬ ਤੇ ਭਗਵੰਤ ਮਾਨ ਵੀ ਜੱਫੀ ਪਾ ਲੈਣਗੇ, ਤੇ ਜੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦਾ ਨੇਤਾ ਤੇ ਸੱਤਾ ਨੇਤਾ ਦੋਨੇ ਜੱਫੀ ਪਾ ਗਏ ਤੇ ਵਿਧਾਨ ਸਭਾ ਦਾ ਤਾਂ ਵੈਸੇ ਹੀ ਸਰੂਪ ਹੀ ਡਿਲਿਊਟ ਹੋ ਜਾਊਗਾ। ਫਿਰ ਵਿਰੋਧ ਕਾਹਦਾ? ਫਿਰ ਤਾਂ 3 ਮੈਂਬਰ ਰਹਿ ਜਾਣੇ ਆ, ਉਹਨਾਂ ਚੋਂ ਵੀ ਇੱਕ ਅਕਾਲੀ ਤਾਂ ਅਕਾਲੀਆਂ ਦੀ ਟੋਨ ਚ ਪੂਰੀ ਤਰ੍ਹਾਂ ਨਹੀਂ ਬੋਲਦੇ। ਹੁਣ ਗੱਲ ਤੁਸੀਂ ਮਮਤਾ ਬੈਨਰਜੀ ਦੀ ਕਰ ਰਹੇ ਸੀ। ਨਹੀਂ, ਪਰ ਇਸ ਮੁੱਦੇ ਤੇ ਜਿਹੜੀ ਬਾਜਵਾ ਸਾਹਿਬ ਦੀ ਤੇ ਰਾਜਾ ਵੜਿੰਗ ਦੀ ਗੱਲ ਤੁਸੀਂ ਕੀਤੀ ਹੈ, ਇਸ ਮੁੱਦੇ ਦੇ ਉੱਤੇ ਕੱਲ ਦੀ ਮੀਟਿੰਗ ਦੇ ਵਿੱਚ ਇਹ ਗੱਲ ਕਾਂਗਰਸ ਦੀ ਸੈਂਟਰਲ ਲੀਡਰਸ਼ਿਪ ਨੇ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਸਾਡਾ ਆਮ ਆਦਮੀ ਪਾਰਟੀ ਨਾਲ ਅਲਾਈਅੰਸ ਨਹੀਂ ਹੈ, ਇਹ ਸਿਰਫ ਉਹਨਾਂ तमाम ਮਾਮਲਿਆਂ ਦੇ ਮੁੱਦੇ ਦੇ ਉੱਤੇ ਜਿਹਦੇ ਵਿੱਚ ਡੈਮੋਕ੍ਰੇਸੀ ਦਾ ਕਤਲ ਕੀਤਾ ਜਾ ਰਿਹਾ। ਆਰਡੀਨੈਂਸ ਦਾ ਮੁੱਦਾ ਵੀ ਇਹਨਾਂ ਮੁੱਦਿਆਂ ਦੇ ਵਿੱਚੋਂ ਇੱਕ ਹੈ। ਔਰ ਦੂਜੇ ਸੂਬਿਆਂ ਦੇ ਵਿੱਚ ਵੀ ਜਿਹੜੀ ਗੈਰ ਭਾਜਪਾ ਰੂਲ ਸਟੇਟ ਹੈ, ਜਿੱਥੇ ਗਵਰਨਰ ਦਾ ਤੇ ਇਲੈਕਟਿਡ ਚੀਫ ਮਿਨਿਸਟਰ ਦਾ ਰੋਲ ਹੈ, ਉਹਨਾਂ ਸਾਰੇ ਮਾਮਲਿਆਂ ਨੂੰ ਪੁਰਜ਼ੋਰ ਤਰੀਕੇ ਨਾਲ ਅਸੀਂ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਉਠਾਣਗੇ। ਉਹਨਾਂ ਮਾਮਲਿਆਂ ਦੇ ਵਿੱਚ ਹੀ ਆਮ ਆਦਮੀ ਪਾਰਟੀ ਦੇ ਇਸ ਮਾਮਲੇ ਦਾ ਜ਼ਿਕਰ ਕੀਤਾ ਹੈ। ਡਾਇਰੈਕਟ ਤੌਰ ਤੇ
ਆਮ ਆਦਮੀ ਪਾਰਟੀ ਨੂੰ ਸਪੋਰਟ ਕਰਨ ਵਾਲੀ ਗੱਲ ਤੋਂ ਪਰਹੇਜ਼ ਕੀਤਾ ਹੈ ਕੱਲ ਦੀ ਮੀਟਿੰਗ ਦੇ ਵਿੱਚ। ਪਰ ਭਾਸਕਰ ਸਾਹਿਬ, ਫਿਰ ਇਹਨਾਂ ਨੇ ਜਿਹੜੀ 23 ਨੂੰ ਮੀਟਿੰਗ ਕੀਤੀ ਸੀ ਤੇ ਆ 17 18 ਨੂੰ ਕਰਨੀ ਆ, ਇਹ ਕਿਤੇ ਰੂਸ ਤੇ ਯੂਕਰੇਨ ਦੇ ਮਾਮਲੇ ਡਿਸਕਸ ਲਈ ਕਰਨੀ ਹੈ ਵੀ ਜੇ ਗੱਠਜੋੜ ਦੀਆਂ ਗੱਲਾਂ ਨਹੀਂ ਹੋਣੀਆਂ, ਭਾਰਤੀ ਜਨਤਾ ਪਾਰਟੀ ਦੇ ਖਿਲਾਫ ਤੁਸੀਂ ਇਕੱਠੇ ਹੋ ਕੇ ਇਲੈਕਸ਼ਨ ਲੜਨ ਦਾ ਜਾਂ ਕੋਈ ਰਣਨੀਤੀ ਬਣਾਉਣ ਦੇ ਮਸਲੇ ਨਹੀਂ ਗਏ, ਤਾਂ ਫਿਰ ਉੱਥੇ ਰੋਟੀ ਖਾਣ ਚੱਲੇ ਹੋ ਇਕੱਠੇ ਹੋ ਗਏ। ਇਹ ਕੋਈ ਵਿਆਹ ਦੀ ਪਾਰਟੀ ਹੈ ਵੀ ਕਿਸੇ ਹੋਰ ਨੇ ਸੱਦਿਆ? ਇਹ ਤਾਂ ਐਵੇਂ ਨਾ ਜਸਟ ਵੀ ਸਾਡੀ ਤਾਂ ਜੀ ਬਹਿਣਾ ਤੁਸੀਂ ਇਸੇ ਕਰਕੇ ਤੇ ਕਹਿਣਾ ਇਹ ਕਿ ਸਾਡੇ ਕੋਲ ਗੱਠਜੋੜ ਨਹੀਂ ਗਏ। ਵੈਸੇ ਇਹ ਗੱਠਜੋੜ ਹੋ ਕਿੱਦਾਂ ਸਕਦੇ ਆ? ਪੰਜਾਬ ਦੇ ਵਿੱਚ ਕਿਸੇ ਵੀ ਰੂਪ ਚ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠੇ ਇਲੈਕਸ਼ਨ ਲੜ ਸਕਦੇ ਆ? ਜੇ ਇੱਕ ਦੂਜੇ ਦੇ ਖਿਲਾਫ ਹੀ ਲੜਨਾ ਤੇ ਫਿਰ ਉੱਥੇ ਇੰਨੀ ਕਵਾਇਦ ਕਿਉਂ ਕਰ ਰਹੇ ਹੋ? ਬਿਲਕੁਲ ਇਹ ਗੱਲ ਘੋੜਾ ਘਾਹ ਨਾਲ ਦੋਸਤੀ ਕਰ ਲੇਗਾ ਤਾਂ ਖਾਏਗਾ ਕਿ ਇਦਾਂ ਦੀ ਸਿਚੁਏਸ਼ਨ ਕਾਂਗਰਸ ਵਾਸਤੇ ਵੀ ਤੇ ਆਮ ਆਦਮੀ ਪਾਰਟੀ ਵਾਸਤੇ ਅਲਾਈਅੰਸ ਦੇ ਮੁੱਦੇ ਤੇ ਬਣੀ ਹੋਈ ਹੈ। ਔਰ ਇਹੀ ਸਿਚੁਏਸ਼ਨ ਮਮਤਾ ਬੈਨਰਜੀ ਵਾਸਤੇ ਵੀ ਬਣੀ ਹੋਈ ਹੈ। ਮਮਤਾ ਬੈਨਰਜੀ ਨੇ ਇਹ ਗੱਲ ਤੇ ਕਲੀਅਰ ਕਰਤੀ ਕਿ ਉਹ 18 ਜੁਲਾਈ ਦੀ ਬੈਂਗਲੁਰੂ ਦੇ ਵਿੱਚ ਹੋਣ ਵਾਲੀ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ। ਕਹਿੰਦੇ 17 ਨੂੰ ਰੋਟੀ ਨਹੀਂ ਖਾਣੀ, ਯਾਨੀ ਡਿਨਰ ਜਿਹੜਾ ਸੋਨੀਆ ਗਾਂਧੀ ਉਹਨਾਂ ਕਰ ਰਹੀ ਹੈ 17 ਨੂੰ, ਉੱਥੇ ਮਮਤਾ ਬੈਨਰਜੀ ਨੇ ਨਾ ਜਾਣ ਦਾ ਫੈਸਲਾ ਕੀਤਾ ਹੈ। ਉਹਦੀ ਵਜ੍ਹਾ ਵੀ ਪੋਲੀਟੀਕਲ ਹੈ। ਭਾਵੇਂ ਤੁਹਾਡੀ ਲੂਣ ਵਾਲੀ ਗੱਲ ਵੀ ਠੀਕ ਹੈ ਵੀ ਲੂਣ ਖਾ ਲਿਆ ਤੇ ਫਿਰ ਕੱਲ ਨੂੰ ਫਿਰ ਲੂਣ ਦਾ ਕਰਜ਼ ਵੀ ਦੇਣਾ ਪਏਗਾ, ਜੋ ਮਰਜ਼ੀ ਹੋਏ, ਲੇਕਿਨ 18 ਤਰੀਕ ਨੂੰ ਮਮਤਾ ਬੈਨਰਜੀ ਦਾ ਜਾਣਾ ਪੱਕਾ ਹੈ। ਹੁਣ ਇਸ ਤੋਂ ਇਲਾਵਾ ਐਤਕੀ 24 ਪਾਰਟੀਆਂ ਨੂੰ ਸੱਦਾ ਦਿੱਤਾ ਹੈ। ਪਿਛਲੀ ਵਾਰ 15 ਤੋਂ 17 ਪਾਰਟੀਆਂ ਦੇ ਰਿਪਰੈਜ਼ੈਂਟੇਟਿਵ ਜੂਨ 23 ਨੂੰ ਪਟਨਾ ਸਾਹਿਬ ਦੇ ਦਿੱਤੀ। ਐਤਕੀ ਇਹਦੀ ਸੰਖਿਆ ਵੱਧ ਗਈ ਹੈ 24। ਔਰ ਦੂਜੇ ਪਾਸੇ ਐਨਡੀਏ ਨੇ ਵੀ ਦਿੱਲੀ ਦੇ ਵਿੱਚ ਆਪਣਾ ਸਟੇਜ ਸਜਾਇਆ। ਉਸ ਸਟੇਜ ਦੇ ਵਿੱਚ ਬਹੁਤ ਸਾਰੀ ਪੋਲੀਟੀਕਲ ਪਾਰਟੀਆਂ, ਕਿਉਂਕਿ 1998 ਦੇ ਵਿੱਚ ਜਦ ਐਨਡੀਏ ਬਣਿਆ ਸੀਗਾ ਤੇ 20 ਪਾਰਟੀਆਂ ਇਹਦੇ ਵਿੱਚ ਹੁੰਦੀ ਸੀਗੀ। ਅੱਧਾ ਅਧੂਰਾ ਅਕਾਲੀ ਦਲ, ਅੱਧੀ ਅਧੂਰੀ ਐਨਸੀਪੀ, ਅੱਧੀ ਅਧੂਰੀ ਸ਼ਿਵ ਸੈਨਾ, ਇਹ ਤਿੰਨ ਉਸ ਐਨਡੀਏ ਦੀ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ। ਐਨਡੀਏ ਦਾ ਮੀਟਿੰਗ ਦਾ ਤੇ ਫੈਸਲਾ ਬਹੁਤ ਪਹਿਲੇ ਕਰ ਲਿਆ ਗਿਆ ਸੀ। ਏਜੰਡਾ ਹੁਣੇ 2-3 ਦਿਨ ਪਹਿਲੇ ਦਿੱਤਾ ਜਦ ਕਿਹਾ ਗਿਆ ਕਿ ਯੂਸੀਸੀ ਦੇ ਉੱਤੇ ਆਪਾਂ ਨਿੱਠ ਕੇ ਗੱਲ ਕਰਨੀ ਹੈ। ਉਹ ਨਿੱਠ ਕੇ ਗੱਲ ਉਸ ਮੁੱਦੇ ਤੇ ਕਰਨੀ ਹੈ ਜਿਹਦਾ ਹਜੇ ਤੱਕ ਡਰਾਫਟ ਵੀ ਰਿਲੀਜ਼ ਨਹੀਂ ਹੋਇਆ, ਡਰਾਫਟ ਵੀ ਨਹੀਂ ਹੈ। ਜੀ ਭਾਸਕਰ ਸਾਹਿਬ, ਆਪਾਂ ਇੰਦਰਪ੍ਰੀਤ ਜੀ ਨੂੰ ਸ਼ਾਮਲ ਕਰ ਲਈਏ। ਇੰਦਰਪ੍ਰੀਤ ਜੀ, ਵੈਸੇ ਮੇਰੇ ਲਈ ਤਾਂ ਇਹ ਬੜੀ ਰੌਚਕ ਗੱਲਬਾਤ ਬਣ ਗਈ ਆ। ਭਾਸਕਰ ਸਾਹਿਬ ਨੇ ਲੈਂਦਾ ਇਹਨੂੰ ਇੱਥੇ। ਸਭ ਤੋਂ ਵੱਡੀ ਗੱਲ ਇਹ ਆ ਕਿ ਮੰਨ ਲਓ ਗੱਠਜੋੜ ਹੁੰਦਾ, ਪੰਜਾਬ ਦੇ ਵਿੱਚ 13 ਸੀਟਾਂ ਹੈ ਤੇ ਆਮ ਆਦਮੀ ਪਾਰਟੀ ਕਹੂਗੀ ਕਿ ਜੋ ਵਿਧਾਨ ਸਭਾ ਚ ਸਥਿਤੀ ਹੈ ਉਹਦੇ ਹਿਸਾਬ ਨਾਲ ਸੀਟਾਂ ਫਿਰ ਤਾਲਮੇਲ ਕਰ ਲੈਂਦੇ ਆ। ਮਤਲਬ ਕੁੱਲ ਮਿਲਾ ਕੇ ਵੀ ਮਾਝੇ ਦੇ ਵਿੱਚੋਂ ਇਧਰੋਂ ਗੁਰਦਾਸਪੁਰੋਂ ਤੇ ਅੰਮ੍ਰਿਤਸਰ ਤੋਂ ਤੁਸੀਂ ਆਪਣੇ ਲੜਾ ਲਓ, ਇਹੀ ਹੈ ਨਾ। ਮਾਲਵੇ ਦੇ ਵਿੱਚ ਤੇ ਤੁਹਾਡੇ ਕੋਲ ਕੋਈ ਬਹੁਤੀ ਸਥਿਤੀ ਹੈ ਨਹੀਂ ਬਿਹਤਰ, ਉੱਥੇ ਤਾਂ ਤੁਹਾਡਾ ਇੱਕ ਵੀ ਨਹੀਂ ਬਣਦਾ। ਹੁਣ ਜਦੋਂ ਗੱਠਜੋੜ ਹੁੰਦੇ ਆ ਉਦੋਂ ਜਿਹੜਾ ਬੈਲੈਂਸ ਆ ਵੋਟ ਦਾ ਪ੍ਰਤੀਸ਼ਤ ਦੇ ਹਿਸਾਬ ਨਾਲ ਤੇ ਚੁਣੇ ਐਮਐਲਏ ਦੇ ਹਿਸਾਬ ਨਾਲ, ਇਹਦਾ ਮਤਲਬ ਹੈ ਇਹ ਕਿਸੇ ਨੂੰ ਵਾਰਾ ਖਾਂਦੀ ਹੈ ਗੱਲ। ਇਸ ਤਰ੍ਹਾਂ ਦੇ ਗੱਠਜੋੜ ਜਿਹੜੇ ਬੇਅਸੂਲੇ ਨੇ, ਜਿਹੜੇ ਆਪਸ ਵਿੱਚ ਟਕਰਾਉਂਦੇ ਨੇ, ਜਿਨ੍ਹਾਂ ਦੀ ਕੋਈ ਆਪਸ ਵਿੱਚ ਸੋਚ ਨਹੀਂ ਰਲਦੀ, ਇਹ ਜਦੋਂ ਇਕੱਠੇ ਹੁੰਦੇ ਨੇ ਇਹਨੂੰ ਕਿਹੜੀ ਖਿਚੜੀ ਦਾ ਨਾਂ ਦਈਏ ਜੀ? हिंदी च एक कहावत है, कहीं की ईंट कहीं का रोड़ा, भानुमती ने कुनबा जोड़ा। ਇਹ ਜਦੋਂ ਅਟਲ ਬਿਹਾਰੀ ਵਾਜਪਾਈ ਸਾਹਿਬ ਨੇ ਪਹਿਲੀ ਵਾਰ ਇਹ ਇੰਨਾ ਕੁਨਬਾ ਜੋੜਿਆ ਸੀ ਤੇ ਇਹ ਸ਼ਬਦ ਉਹਨਾਂ ਵਾਸਤੇ ਉਦੋਂ ਵਰਤੇ ਗਏ ਸੀਗੇ ਤੇ ਹੁਣ ਵੀ ਉਸੇ ਤਰ੍ਹਾਂ ਦੀ ਸਥਿਤੀ ਹੈ। ਠੀਕ ਹੈ, ਹੁਣ ਅਸੀਂ ਐਨਡੀਏ ਦੀ ਬਜਾਏ ਯੂਪੀਏ ਦੀ ਗੱਲ ਕਰ ਰਹੇ ਹਾਂ। ਯੂਪੀਏ ਦੀ ਵੀ ਨਹੀਂ ਹੈ, ਸ਼ਾਇਦ ਇੱਕ ਯੂਪੀਏ ਦਾ ਵੀ ਇੱਕ ਹੋਰ ਅਲੱਗ ਤਰ੍ਹਾਂ ਦਾ ਯੂਪੀਏ ਬਣੂਗਾ। ਇਹ ਯੂਪੀਏ ਵੀ ਨਹੀਂ ਹੈ ਕਿਉਂਕਿ ਯੂਪੀਏ ਨੂੰ ਤਾਂ ਕਾਂਗਰਸ ਲੀਡ ਕਰ ਰਹੀ ਸੀ। ਸੋ ਦੇਖੋ, ਬਿਲਕੁਲ ਤੁਹਾਡੀ ਗੱਲ ਠੀਕ ਹੈ ਰੰਧਾਵਾ ਸਾਹਿਬ। ਮੈਨੂੰ ਲੱਗਦਾ ਕਿ ਇਹ ਉਹਨਾਂ ਸਟੇਟਾਂ ਦੇ ਵਿੱਚ ਬਹੁਤ ਮੁਸ਼ਕਲ ਆਉਣ ਵਾਲੀ ਹੈ ਜਿੱਥੇ ਦੋਨੋਂ ਪਾਰਟੀਆਂ ਟਕਰਾਓ ਦੀ ਸਥਿਤੀ 'ਚ ਨੇ ਜਾਂ ਆਪਸ 'ਚ ਟਕਰਾ ਰਹੀਆਂ ਮੇਨ ਪਾਰਟੀਆਂ ਨੇ। ਇੱਕ ਸੱਤਾਧਾਰੀ ਪਾਰਟੀ ਹੈ, ਇੱਕ ਵਿਰੋਧੀ ਧਿਰ ਪਾਰਟੀ ਹੈ। ਹੁਣ ਦੋਨੋਂ ਜਦੋਂ ਟਕਰਾ ਰਹੀਆਂ ਨੇ ਤਾਂ ਉਸ 'ਚ ਤੁਸੀਂ ਫਰੈਂਡਲੀ ਮੈਚ ਕਿਵੇਂ ਖੇਲੋਗੇ? ਜਦੋਂ ਫਰੈਂਡਲੀ ਮੈਚ ਖੇਲੋਗੇ ਤਾਂ ਕੀ ਤੁਸੀਂ ਇਹ ਲੋਕਾਂ 'ਚ ਪਰਸੈਪਸ਼ਨ ਨਹੀਂ ਬਣਾ ਦੋਗੇ ਕਿ ਇਹ ਆਪਸ 'ਚ ਮਿਲੇ ਹੋਏ ਨੇ, ਅਸਲ 'ਚ ਕਹਾਣੀ ਦਾ ਕੁਝ ਹੋਰ ਹੈ? ਤਾਂ ਫਿਰ ਉਹ ਦੂਜੇ ਪਾਸੇ ਚਲੇ ਹੀ ਜਾਣਗੇ ਕਿਉਂਕਿ ਐਨਡੀਏ। ਇੰਦਰਪ੍ਰੀਤ ਜੀ, ਦੀ ਵਿਹਾਰਕਤਾ ਹੋਰ ਵੀ ਆ। ਹੁਣ ਪੰਜਾਬ ਦਾ ਕੋਈ ਵੀ ਬੰਦਾ ਕਹੂਗਾ ਵੀ ਅਸੀਂ ਕਾਂਗਰਸ ਨਾਲ ਕਿਉਂ ਜਾਣਾ, ਜੇਕਰ ਅਸੀਂ ਜਾਣਾ ਫਿਰ ਸੱਤਾ ਨਾਲ ਜਾਈਏ। ਜਿਹੜੀ ਪਾਰਟੀ ਸੱਤਾ 'ਚ ਹੈ ਵੋਟ ਤਾਂ ਉਹਨੂੰ ਲੋਕ ਪਾਉਣਗੇ ਤੇ ਉਹਦੇ 'ਚ ਹੀ ਸ਼ਾਮਲ ਹੋਣਗੇ। ਪਿਛਲੀ ਵਾਰੀ ਤੁਸੀਂ ਸੁਸ਼ੀਲ ਰਿੰਕੂ ਇਹਨਾਂ ਦਾ ਲਿਜਾ ਕੇ ਜਿਤਾ ਲਿਆ, ਹੁਣ ਅੱਗੇ ਵੀ ਕਾਰਪੋਰੇਸ਼ਨ ਦੀਆਂ ਚੋਣਾਂ ਨੇ। ਮਤਲਬ ਅੱਜ ਹੁਣ ਭਾਰਤੀ ਜਨਤਾ ਪਾਰਟੀ ਦੇ ਵਿੱਚ ਇਹ ਗੱਲ ਆ ਰਹੀ ਆ ਵੀ ਕੋਈ ਵੱਡਾ ਲੀਡਰ ਜਿਹੜਾ ਅੱਜ ਆ ਰਿਹਾ, ਇਹ ਗੱਲ ਵੀ ਨਾਲ ਜੋੜ ਦਿਓ ਵੀ ਅੱਜ ਕਿਹਦੀ ਸੰਭਾਵਨਾ ਹੋ ਸਕਦੀ ਆ। ਇਹ ਜ਼ਰੂਰ ਕਿਹਾ ਗਿਆ ਕਿ ਕੋਈ ਵੱਡਾ ਲੀਡਰ ਜਿਹੜਾ ਹੈਗਾ ਉਹ ਕਾਂਗਰਸ ਦਾ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਰਿਹਾ। ਔਰ ਕਮਾਲ ਦੀ ਗੱਲ ਇਹ ਹੈ ਕਿ ਸਟੇਟ ਯੂਨਿਟ ਨੂੰ ਇਹਦੇ ਬਾਰੇ ਬਹੁਤੀ ਜਾਣਕਾਰੀ ਹੈ ਨਹੀਂ। ਇਟ ਮੀਨਸ ਇਹਦਾ ਹੁੰਦਾ ਹੈ ਕਿ ਕੋਈ ਬਹੁਤ ਵੱਡਾ ਲੀਡਰ ਹੈ ਜਿਹੜਾ ਕਾਂਗਰਸ ਦਾ ਹੈਗਾ ਉਹ ਸ਼ਾਮਲ ਹੋ ਰਿਹਾ, ਜਿਹਦੀ
ਡਾਇਰੈਕਟ ਅਪਰੋਚ ਹੈ ਅਮਿਤ ਸ਼ਾਹ ਹੋਣਾ ਤੱਕ ਜਾਂ ਜਿਹੜੇ ਨੱਡਾ ਸਾਹਿਬ ਹੈ ਉਹਨਾਂ ਤੱਕ ਡਾਇਰੈਕਟ ਅਪਰੋਚ ਹੈ ਤੇ ਉੱਥੋਂ ਹੀ ਕਲੀਅਰੈਂਸ ਲੈ ਕੇ ਸਿੱਧੀ ਉਹ ਸ਼ਾਮਲ ਹੋ ਰਹੇ ਨੇ। ਸਟੇਟ ਯੂਨਿਟ ਨੂੰ ਬਹੁਤਾ ਕੌਨਫੀਡੈਂਸ 'ਚ ਨਹੀਂ ਲਿਆ ਜਾ ਰਿਹਾ। ਪਰ ਮੈਂ ਨਾਲ ਬੀਬੀ ਹਰਗੋਬਿੰਦ ਕੌਰ ਦਾ ਜ਼ਿਕਰ ਜ਼ਰੂਰ ਕਰੂੰਗਾ। ਅਕਾਲੀ ਦਲ ਨੇ ਪੂਰਾ ਆਂਗਣਵਾੜੀ ਕੱਲ ਉੱਥੇ ਪੂਰੇ ਦਾ ਪੂਰਾ ਸ਼ੋਅ ਆਫ ਸਟਰੈਂਥ ਸੀ, ਜਿਹੜਾ ਪ੍ਰਦਰਸ਼ਨ ਸੀ, ਪੂਰੀਆਂ ਆਂਗਣਵਾੜੀ ਬੀਬੀਆਂ ਨਾਲ ਭਰਿਆ ਹੋਇਆ ਸੀ ਬੇੜਾ ਜੀ। ਜੀ ਬਿਲਕੁਲ ਤੁਸੀਂ ਠੀਕ ਹੈ। ਦੇਖੋ ਇੱਕ ਨਾਮ ਬਸ ਹੋਰ, ਜੇ ਪ੍ਰਨੀਤ ਕੌਰ ਦਾ ਨਹੀਂ ਹੈ ਤਾਂ ਫਿਰ ਮੈਡਮ ਭੱਠਲ ਦਾ ਹੀ ਹੈ ਜਿਹੜਾ ਰਹਿ ਜਾਂਦਾ ਹੈ। ਹੈਵੀ ਵੇਟ ਲੇਡੀ ਨੇਤਾ ਜਿਹੜੀ ਹੈਗੀ ਹੈ, ਮੈਨੂੰ ਲੱਗਦਾ ਹੋਰ ਕੋਈ ਹੈ ਨਹੀਂ ਹੈ ਕਾਂਗਰਸ ਕੋਲੇ ਪੂਰੇ ਪੰਜਾਬ 'ਚ। ਜੇ ਆਪਾਂ ਦੇਖੀਏ ਝਾਤ ਮਾਰੀਏ ਤਾਂ ਓਨੀ ਹੈਵੀ ਵੇਟ ਕੋਈ ਹੈ ਨਹੀਂ ਹੈ। ਪਰ ਹੁਣ ਵੀ ਖੈਰ ਹੁਣ ਤਾਂ ਭੱਠਲ ਮੈਡਮ ਵੀ ਥੋੜਾ ਜਿਹਾ ਪਿੱਛੇ ਹੋ ਗਏ ਹੈ। ਉਹਨਾਂ ਨੇ ਆਪਣੇ ਜਿਹੜੇ ਬੇਟੇ ਨੂੰ ਅੱਗੇ ਕਰ ਰੱਖਿਆ ਹੈ, ਰਾਹੁਲ ਸਿੱਧੂ ਜਿਹੜੇ ਹੈਗੇ ਆ ਉਹੀ ਅੱਗੇ ਮਤਲਬ ਰਾਜਨੀਤੀ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਉਹਨੂੰ। ਸੋ ਇਹ ਚੀਜ਼ਾਂ ਤਾਂ ਚੱਲ ਰਹੀਆਂ ਨੇ ਹਜੇ, ਪਰ ਜਦ ਤੱਕ ਆਪਾਂ ਸਪਸ਼ਟ ਨਹੀਂ ਹੈ ਕਿਸੇ ਦਾ ਨਾਂ ਤਾਂ ਮੈਨੂੰ ਲੱਗਦਾ ਕਿ ਕੋਈ ਇਸ ਤੇ ਫੈਸਲਾ ਦੇਣਾ ਠੀਕ ਨਹੀਂ। ਦੂਜੀ ਗੱਲ ਜਿਹੜੀ ਤੁਸੀਂ ਹਰਗੋਬਿੰਦ ਕੌਰ ਦੀ ਕੀਤੀ ਹੈ, ਦੇਖੋ ਅੱਛੀ ਗੱਲ ਉਹਦੇ 'ਚ ਇਹ ਹੈ ਕਿ ਕੋਈ ਇਹੋ ਜਿਹੀ ਲੇਡੀ ਨੂੰ ਅਕਾਲੀ ਦਲ 'ਚ ਸ਼ਾਮਲ ਕੀਤਾ ਗਿਆ ਜਿਹੜੀ ਲੇਡੀ ਪਿਛਲੇ 2-3 ਦਹਾਕਿਆਂ ਤੋਂ ਲਗਾਤਾਰ ਸੰਘਰਸ਼ ਵਾਲੇ ਉਹ ਪੈਟਰਨ ਉਹਦੇ ਵਿੱਚ ਹੈਗੀ ਹੈ। ਬਹੁਤ ਘੱਟ ਹੋ ਗਿਆ। ਕੱਲ ਮੈਂ ਕਿਸੇ ਦਾ ਬਿਆਨ ਸੁਣ ਰਿਹਾ ਸੀ ਕਿਸੇ ਅਕਾਲੀ ਲੀਡਰ ਦਾ, ਤਾਂ ਉਹ ਕਹਿ ਰਿਹਾ ਸੀ ਵੀ ਸ਼ਾਇਦ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਕਿਹਾ ਕਿ ਅਕਾਲੀ ਦਲ ਕੋਲੇ ਹੁਣ ਮੋਰਚਾ ਲਗਾਉਣ ਵਾਲੇ ਨੇਤਾ ਕਿਹੜੇ ਰਹੇ ਨੇ, ਕਿਹੜੇ ਇਹੋ ਜਿਹੇ ਨੇਤਾ ਨੇ ਜਿਹੜੇ ਸੰਘਰਸ਼ ਕਰ ਸਕਦੇ ਆ। ਮੈਨੂੰ ਤਾਂ ਕਹਿੰਦੇ ਕੋਈ ਨਜ਼ਰ ਆ ਨਹੀਂ ਰਿਹਾ। ਤਾਂ ਮੈਨੂੰ ਵੀ ਇਹੀ ਲੱਗ ਰਿਹਾ ਵੀ ਹੁਣ ਘੱਟੋ ਘੱਟ ਹਰਗੋਬਿੰਦ ਕੌਰ ਜਿਹੜੇ ਹੈਗੇ ਨੇ, ਜਿਹੜੇ ਕਿ ਪਿਛਲੇ 2-3 ਦਸ਼ਕਾਂ ਤੋਂ ਲਗਾਤਾਰ ਆਂਗਣਵਾੜੀ ਜਿਹੜੀਆਂ ਮਹਿਲਾਵਾਂ ਨੇ ਉਹਨਾਂ ਦੀ ਲੜਾਈ ਲੜ ਰਹੇ ਸੀ, ਉਹ ਸੰਘਰਸ਼ੀ ਰਾਹਾਂ ਤੇ ਤਾਂ ਘੱਟੋ ਘੱਟ ਹੈ ਔਰ ਅਕਾਲੀ ਦਲ ਦਾ ਉਹਨਾਂ ਨੇ ਦਾਮਨ ਥਾਮ ਲਿਆ। ਪਰ ਇੱਥੇ ਇੰਟਰਸਟਿੰਗ ਪੁਆਇੰਟ ਰੰਧਾਵਾ ਸਾਹਿਬ ਇਹ ਹੈਗਾ ਕਿ ਹਰਗੋਬਿੰਦ ਕੌਰ ਜਿਹੜੀ ਸਰਕਾਰ ਦੇ ਖਿਲਾਫ ਲੜ ਰਹੇ ਸੀ, ਯਾਨੀ 10 ਸਾਲ ਤਾਂ ਉਹ ਅਕਾਲੀ ਦਲ ਦੇ ਖਿਲਾਫ ਹੀ ਲੜੇ ਨੇ ਕਿ ਸਾਨੂੰ ਉਹ ਦੋ। ਹਾਲਾਂਕਿ ਬਹੁਤ ਸਾਰੇ ਬੰਦੇ ਕਹਿੰਦੇ ਆ ਕਿ ਉਹ ਅਕਾਲੀ ਦਲ ਦੇ ਹੀ ਨੁਮਾਇੰਦੇ ਸੀ ਉਸ ਯੂਨੀਅਨ ਦੇ ਵਿੱਚ। ਪਰ ਦੇਖੋ ਇਹ ਚੀਜ਼ਾਂ ਜਦੋਂ ਤੱਕ ਸਪਸ਼ਟ ਨਹੀਂ ਹੁੰਦੀਆਂ, ਇਹ ਸਿਰਫ ਇਲਜ਼ਾਮਬਾਜ਼ੀ ਹੈ ਤੇ ਮੈਂ ਉਹਨਾਂ ਇਲਜ਼ਾਮਾਂ ਤੇ ਨਹੀਂ ਜਾਣਾ ਚਾਹੁੰਦਾ। ਪਰ ਮੈਂ ਇਹ ਕਹਿ ਰਿਹਾ ਵੀ 10 ਸਾਲ ਦੀ ਜਿਹੜੀ ਉਹਨਾਂ ਦੀ ਵੱਡੀ ਲੜਾਈ ਦਾ ਜਿਹੜਾ ਇੱਕ ਹਿੱਸਾ ਸੀ ਆਪਣੇ ਸੰਘਰਸ਼, ਜਿਹੜਾ ਉਹਨਾਂ ਨੇ ਕਹਿਣਾ ਵੀ ਮੈਂ 2-3 ਦਸ਼ਕਾਂ ਤੋਂ ਲੜ ਰਹੀ ਹਾਂ, ਤਾਂ 2-3 ਦਸ਼ਕਾਂ ਦਾ ਇੱਕ ਮੇਜਰ ਪਾਰਟ ਜਿਹੜਾ ਹੈ ਉਹ ਸੁਖਬੀਰ ਬਾਦਲ ਹੋਣਾ ਦੀ ਸਰਕਾਰ ਦੇ ਖਿਲਾਫ ਹੀ ਲੜਿਆ ਉਹਨਾਂ ਨੇ। ਤੇ ਅੱਜ ਉਹ ਉਸੇ ਪਾਰਟੀ ਦੀ ਇਸਤਰੀ ਵਿੰਗ ਦੇ ਪ੍ਰਧਾਨ ਬਣ ਗਿਆ। ਚਲੋ ਉਹਨਾਂ ਨੂੰ ਵਧਾਈ ਹੈ ਕਿ ਉਹ ਇੱਕ ਵੱਡੀ ਪੋਸਟ ਤੇ ਆ ਗਏ ਹੈ ਤੇ ਅਕਾਲੀ ਦਲ ਨੂੰ ਵੀ ਇੱਕ ਸ਼ਾਇਦ ਇਹੋ ਜਿਹਾ ਕੋਈ ਨੇਤਾ ਮਿਲ ਗਿਆ ਜਿਹੜਾ ਅੱਗੇ ਸੰਘਰਸ਼ ਨੂੰ ਵਧਾ ਸਕਦਾ ਹੈ, ਕਿਉਂਕਿ ਹੁਣ ਤਾਂ ਬਹੁਤ ਲੰਬਾ ਸਮਾਂ ਹੋ ਗਿਆ। ਮੈਂ ਤਾਂ ਅਕਾਲੀ ਦਲ ਨੂੰ ਕਦੀ ਕੋਈ ਬਹੁਤਾ ਵੱਡਾ ਸੰਘਰਸ਼ ਕਰਦੇ ਦੇਖ ਨਹੀਂ ਰਿਹਾ। ਬਿਲਕੁਲ, ਪਰ ਮੈਂ ਇੱਕ ਚੀਜ਼ ਦੇਖ ਰਿਹਾ ਕਿ ਆਂਗਣਵਾੜੀ ਵਰਕਰ ਵੀ ਸੁਪਰਵਾਈਜ਼ਰ ਸਾਰੇ ਪਿੰਡਾਂ ਤੋਂ ਆਉਂਦੇ। ਪਿੰਡਾਂ ਦੀ ਪੋਲਿਟਿਕਸ ਬੜੀ ਗੁੰਝਲਦਾਰ ਹੈ। ਇਹ ਏਦਾਂ ਨਹੀਂ ਗਿਆ ਕਿ ਉੱਪਰੋਂ ਕਿਸੇ ਨੇ ਕਹਿਤਾ। ਹਰਗੋਬਿੰਦ ਕੌਰ ਜਿੰਨਾ ਚਿਰ ਆਂਗਣਵਾੜੀਆਂ ਲਈ ਲੜ ਰਹੇ ਸੀ ਉਨੀ ਦੇਰ ਤਾਂ ਉਹਨਾਂ ਨੂੰ ਉਹ ਸਮਰਥਨ ਬਿਨਾਂ ਸ਼ਰਤ ਸੀ ਉਹਨਾਂ ਔਰਤਾਂ ਦਾ। ਨਾ ਉਹਨਾਂ ਨੂੰ ਘਰਾਂ ਚੋਂ ਕੋਈ ਵਿਰੋਧ ਸੀ, ਨਾ ਉਹਨਾਂ ਨੂੰ ਲੋਕਲ ਪੋਲਿਟਿਕਸ ਕੋਈ ਇਹਦੇ ਵਿੱਚ ਇੱਧਰ ਉੱਧਰ ਹੁੰਦੀ ਲੱਗਦੀ ਸੀ। ਹੁਣ ਜਦੋਂ ਹਰਗੋਬਿੰਦ ਕੌਰ ਅਕਾਲੀ ਦਲ ਵੱਲੋਂ ਇਹਨਾਂ ਆਂਗਣਵਾੜੀ ਵਰਕਰਾਂ ਨੂੰ ਨਾਲ ਲੈਣਾ ਚਾਹੁਣਗੇ ਤਾਂ ਉਹਨਾਂ ਦੇ ਨਾਲ ਟੱਬਰ ਪੂਰਾ ਪਿੱਛੇ ਖੜਾ ਹੈ। ਔਰ ਉਹ ਟੱਬਰ ਜ਼ਰੂਰੀ ਨਹੀਂ ਵੀ ਅਕਾਲੀ ਦਲ ਨਾ ਹੋਵੇ, ਉਹ ਟੱਬਰ ਆਮ ਆਦਮੀ ਪਾਰਟੀ ਨਾਲ ਵੀ ਜਾ ਸਕਦਾ ਹੈ, ਉਹ ਹੋ ਸਕਦਾ ਹੈ, ਉਹ ਟੱਬਰ ਕਿਸੇ ਕਾਂਗਰਸੀ ਪਰਿਵਾਰ ਦਾ ਵੀ ਹੋ ਸਕਦਾ। ਸੋ ਹੁਣ ਅਕਾਲੀ ਦਲ ਲਈ ਪਿੰਡਾਂ ਦੇ ਵਿੱਚੋਂ ਉਹ ਬੀਬੀਆਂ ਨਿਰਸਵਾਰਥ ਹਰਗੋਬਿੰਦ ਕੌਰ ਦੇ ਪਿੱਛੇ ਖੜ ਜਾਣਗੀਆਂ। ਇਹ ਰਿਸ਼ਤੇ 5-7 10 ਦਿਨ, ਮਹੀਨਾ, 2 ਮਹੀਨੇ, 6 ਮਹੀਨੇ, ਸਾਲ ਤੱਕ ਤਾਂ ਹੋ ਸਕਦੇ ਆ, ਪਰ ਅਕਾਲੀ ਦਲ ਨੂੰ ਲੜਾਈ ਲੜਨੀ ਪੈਣੀ ਆ ਜਾ ਕੇ 27 ਦੇ ਵਿੱਚ। 24 ਵਾਲੀ ਲੜਾਈ ਵੀ ਇਸ ਪੱਧਰ ਦੀ ਨਹੀਂ ਹੋਣੀ। ਸੋ ਇਹ ਬੜਾ ਵੱਡਾ ਮਾਮਲਾ ਹੈ ਕਿ ਹਰਗੋਬਿੰਦ ਕੌਰ ਆਪਣੀ ਉਸ ਤਾਕਤ ਨਾਲ ਅਕਾਲੀ ਦਲ ਨੂੰ ਸਟਰੈਂਥਨ ਕਰ ਸਕਣਗੇ ਜਾਂ ਫਿਰ ਉਹਨਾਂ ਨੂੰ ਨਵੀਆਂ ਯਥਾਰਥਿਕ ਧਰਾਵਾਂ ਨੇ ਉਹਨਾਂ ਚੋਂ ਬਹਿਣਾ ਪਊਗਾ। ਹੁਣ ਭਾਸਕਰ ਸਾਹਿਬ ਅਗਲੀ ਗੱਲ ਤੇ ਚੱਲਦੇ ਆ, ਜਿਹਦੇ ਚ ਤੁਸੀਂ ਆਉਣਾ ਤੇ ਮੋਸਟ ਵੈਲਕਮ। ਨਹੀਂ ਤੇ ਤੁਹਾਡੇ ਆਪਣੇ ਇਲਾਕੇ ਦੇ ਵਿੱਚ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਵੱਲੋਂ ਸੁਲਤਾਨਪੁਰ ਲੋਧੀ ਦੇ ਜਿਹੜੇ ਵਿਧਾਇਕ ਆ ਉਹਨਾਂ ਨੂੰ ਵੱਲੋਂ ਬੰਨ ਤੋੜਤਾ ਗਿਆ ਸੀ, ਜੇਸੀਬੀ ਲਾ ਕੇ ਸਰਕਾਰ ਨੇ ਬੁੱਕ ਕਰ ਲਿਆ। ਇਸ ਗੱਲ ਨੂੰ ਅੱਗੇ ਵਧਾਈ। ਦੇਖੋ ਸਭ ਤੋਂ ਵੱਡੀ ਗੱਲ ਮੈਂ ਕਰਨਾ ਚਾਹੂੰਗਾ, ਨੈਸ਼ਨਲ ਪੋਲਿਟਿਕਸ ਦਾ ਜਦ ਅਸੀਂ ਜ਼ਿਕਰ ਕਰ ਰਹੇ ਸੀ ਉਹਦੇ ਵਿੱਚ 2-3 ਗੱਲਾਂ ਸੀ ਜਿਹੜੀ ਮੈਂ ਕਰਨਾ ਚਾਹੁੰਦਾ ਸੀ, ਜਿਹੜੀ ਰਹਿ ਗਈ। ਇੱਕ ਤੇ ਹੁਣ ਰਾਹੁਲ ਗਾਂਧੀ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਖਟਾਤਾ। ਉਹ ਗੁਜਰਾਤ ਹਾਈ ਕੋਰਟ ਦਾ, ਉਸ ਤੋਂ ਪਹਿਲੇ ਲੋਅਰ ਕੋਰਟ ਦਾ ਉਹ ਆਰਡਰ ਜਿਹਦੇ ਕਰਕੇ ਰਾਹੁਲ ਗਾਂਧੀ ਦੀ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਉਹਨਾਂ ਨੂੰ ਡਿਸਕੁਆਲੀਫਾਈ ਕੀਤਾ ਗਿਆ ਹੈ। ਇਸ ਹਫਤੇ ਇਸ ਮੁੱਦੇ ਦੇ ਉੱਤੇ ਸੁਣਵਾਈ ਹੋਣ ਵਾਲੀ ਹੈ ਔਰ ਸੁਣਵਾਈ ਵੀ ਨਿੱਠ ਕੇ ਹੋਏਗੀ। ਅੰਤਿਮ ਫੈਸਲਾ ਹੋਏਗਾ ਸੁਪਰੀਮ ਕੋਰਟ ਦਾ। ਜਿਹੜਾ ਫੈਸਲਾ ਹੁਣ ਆਏਗਾ
ਪੁਰਨੇਸ਼ ਮੋਦੀ ਜਿਹੜੇ ਕੰਪਲੇਨੈਂਟ ਸੀਗੇ ਉਸ ਕੇਸ ਦੇ, ਜਿਸ ਕੇਸ ਦੇ ਵਿੱਚ ਰਾਹੁਲ ਗਾਂਧੀ ਉਹਨਾਂ ਨੂੰ ਸਜ਼ਾ ਹੋਈ, ਉਹਨਾਂ ਨੇ ਕੈਵੀਏਟ ਪਾਤੀ ਹੈ। ਇਸ ਗੱਲ ਦਾ ਜ਼ਿਕਰ ਅਸੀਂ ਪਹਿਲੇ ਵੀ ਕਰ ਚੁੱਕੇ ਹਾਂ। ਹੁਣ ਇਸ ਮੁੱਦੇ ਦੇ ਉੱਤੇ ਆਉਣ ਵਾਲਾ ਫੈਸਲਾ, ਹੁਣ ਦੇਸ਼ ਦੀ ਰਾਜਨੀਤੀ ਦੇ ਵਿੱਚ ਰਾਹੁਲ ਗਾਂਧੀ ਦਾ ਕੀ ਰੋਲ ਹੋਏਗਾ, ਉਹ ਤੇ ਹੋਏਗਾ ਹੀ ਹੋਏਗਾ। ਨਾਲੇ ਹਰਿਆਣਾ ਦੇ ਵਿੱਚ, ਕਿਉਂਕਿ ਜੁਲਾਈ 18 ਨੂੰ ਐਨਡੀਏ ਦੀ ਮੀਟਿੰਗ ਰੱਖੀ ਹੈ, ਉਸ ਐਨਡੀਏ ਦੀ ਮੀਟਿੰਗ ਦੇ ਵਿੱਚ ਜੇਜੇਪੀ, ਜਨ ਨਾਇਕ ਜਨਤਾ ਪਾਰਟੀ, ਜਿਹਦੇ ਦੁਸ਼ਯੰਤ ਚੌਟਾਲਾ ਉਹਨਾਂ ਮੁਖੀ ਹੈਗੇ ਨੇ, ਉਸ ਪਾਰਟੀ ਨੂੰ ਉੱਥੇ ਬੁਲਾਇਆ ਜਾਂਦਾ ਹੈ। ਜੇ ਨਹੀਂ ਬੁਲਾਇਆ ਜਾਂਦਾ ਤੇ ਇਹਦਾ ਮਤਲਬ ਉਹ ਐਨਡੀਏ ਦੇ ਪਾਰਟਨਰ ਨਹੀਂ ਹੈਗੇ। ਅਲਾਈਅੰਸ ਭਾਵੇਂ ਉਹਨਾਂ ਦਾ ਹਰਿਆਣਾ ਦੇ ਵਿੱਚ ਸਰਕਾਰ ਚਲਾਉਣ ਵਾਸਤੇ ਹੈ। ਕੱਲ ਮੁੱਖ ਮੰਤਰੀ ਖੱਟੜ ਸਾਹਿਬ ਗੱਲ ਕਰ ਰਹੇ ਸੀ, ਕਹਿੰਦੇ ਜੇਜੇਪੀ ਨਾਲ ਤੇ ਸਾਡਾ ਅਲਾਈਅੰਸ ਇਸ ਕਰਕੇ ਹੋਇਆ ਕਿ ਸਰਕਾਰ ਚਲਾਉਣੀ ਸੀਗੀ, ਚੋਣਾਂ ਦੇ ਸੰਬੰਧ ਨਾਲ ਸਾਡਾ ਕੋਈ ਵੀ ਅਲਾਈਅੰਸ ਜੇਜੇਪੀ ਨਾਲ ਨਹੀਂ ਹੈ। ਪਿਛਲੇ ਦਿਨਾਂ ਦੇ ਵਿੱਚ ਵਿਪਲਬ ਦੇਵ ਜਿਹੜੇ ਹਰਿਆਣਾ ਦੇ ਪ੍ਰਭਾਰੀ ਹੈਗੇ ਨੇ, ਉਹਨਾਂ ਨੇ ਇਹ ਗੱਲ ਕਲੀਅਰ ਕਰਤੀ ਸੀ। ਉਚਾਨਾ ਕਲਾ, ਜਿਸ ਕੌਂਸਟੀਚੁਐਂਸੀ ਦੇ ਵਿੱਚੋਂ ਦੁਸ਼ਯੰਤ ਚੌਟਾਲਾ ਲੜੇ ਸੀਗੇ, ਉੱਥੇ ਕਹਿੰਦੇ ਸੀ ਪ੍ਰੇਮਲਤਾ ਯਾਨੀ ਚੌਧਰੀ ਵਰਿੰਦਰ ਸਿੰਘ ਉਹਨਾਂ ਦੀ ਪਤਨੀ, ਉਹ ਇਲੈਕਸ਼ਨ ਲੜੇਗੀ। ਔਰ ਹੋਰ ਤਮਾਮ ਉਹ ਕੌਂਸਟੀਚੁਐਂਸੀਜ਼ ਜਿੱਥੋਂ ਰਿਪਰੈਜ਼ੈਂਟੇਸ਼ਨ ਜੇਜੇਪੀ ਨੂੰ ਮਿਲੀ ਹੋਈ ਹੈ, ਉੱਥੇ ਬੀਜੇਪੀ ਨੇ ਆਪਣੇ ਕੈਂਡੀਡੇਟ ਤੱਕ ਐਲਾਨ ਦਿੱਤੇ ਨੇ। ਨਹੀਂ ਅਗਰ ਹੁੰਦੇ ਐਨਡੀਏ ਦੀ ਉਸ ਮੀਟਿੰਗ ਦੇ ਵਿੱਚ, ਤੇ ਸਮਝੋ ਇਹ ਅਲਾਈਅੰਸ ਖਤਮ। ਹੁਣ ਨਵੇਂ ਤੌਰ ਤੇ ਇਹ ਰਾਜਨੀਤੀ ਹਰਿਆਣਾ ਦੇ ਵਿੱਚ ਸ਼ੁਰੂ ਹੋਏਗੀ। ਔਰ ਜਿਸ ਤਰੀਕੇ ਨਾਲ ਪਾਸਵਾਨ ਦੇ ਪਰਿਵਾਰ ਦੇ ਵਿੱਚ ਬੀਜੇਪੀ ਕੋਸ਼ਿਸ਼ ਕਰ ਰਹੀ ਹੈ ਕਿ ਪਸ਼ੂਪਤੀ ਪਾਰਸ, ਜਿਹੜੇ ਚਿਰਾਗ ਦੇ ਚਾਚਾ ਔਰ ਚਿਰਾਗ ਦੋਨਾਂ ਦਾ ਮੇਲ ਮਿਲਾਪ ਕਰਾਉਣ ਵਾਸਤੇ ਇੱਕ ਕੇਂਦਰੀ ਮੰਤਰੀ ਨਿਤਿਆਨੰਦ ਰਾਏ ਉਹਨਾਂ ਦੀ ਡਿਊਟੀ ਲਾਈ ਗਈ। ਕੱਲ ਦੋਨਾਂ ਦੇ ਨਾਲ ਉਹਨਾਂ ਦੀ ਫੋਟੋ ਨਸ਼ਰ ਹੋਈ। ਇਹ ਮਿਲਾਪ ਕਰਾਉਣ ਤੋਂ ਬਾਅਦ ਐਨਡੀਏ ਨੂੰ ਕਿੱਦਾਂ ਸਟਰੈਂਥਨ ਕੀਤਾ ਜਾਏ, ਇਹਦੇ ਵਾਸਤੇ ਪੂਰੇ ਘੋੜੇ ਦੁਲਾ ਚੁੱਕੇ ਨੇ ਬੀਜੇਪੀ ਵਾਲੇ। ਔਰ ਇਹ ਹੁਣ ਲੜਾਈ 2024 ਦੀ ਪੂਰੇ ਸਿਖਰ ਤੇ ਹੈ ਆਪਣੀ ਸੈਨਾ ਨੂੰ ਸਜਾਉਣ ਵਾਸਤੇ। ਜੀ, ਜਿਹੜੀ ਅਗਲੀ ਖਬਰ ਜਿਹੜੀ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਦੀ ਹੈ, ਉਹਦਾ ਜ਼ਿਕਰ ਜ਼ਰੂਰ ਕਰ ਦਿਓ। ਰਾਣਾ ਗੁਰਜੀਤ ਸਿੰਘ ਉਹਨਾਂ ਦੇ ਪੁੱਤਰ ਪਿਛਲੇ ਦਿਨਾਂ ਦੇ ਵਿੱਚ ਗਏ ਸੀਗੇ ਕੈਨੇਡਾ, ਪਿੱਛੋਂ ਆ ਗਿਆ ਹੜ੍ਹ। ਔਰ ਜਦ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੀ ਕੌਂਸਟੀਚੁਐਂਸੀ ਸੁਲਤਾਨਪੁਰ ਲੋਧੀ, ਜਿੱਥੋਂ ਉਹ ਇੰਡੀਪੈਂਡੈਂਟ ਐਮਐਲਏ ਬਣੇ ਹੋਏ ਨੇ, ਉਹਨਾਂ ਨੇ ਇੰਡੀਪੈਂਡੈਂਟਲੀ ਫਲਾਈਟ ਫੜੀ ਤੇ ਫਟ ਆ ਗਏ ਪਰਸੋਂ ਸਵੇਰੇ 10 ਵਜੇ ਆਪਣੀ ਕੌਂਸਟੀਚੁਐਂਸੀ ਦੇ ਵਿੱਚ। 26 ਕੁ ਪਿੰਡ ਹੜ੍ਹ ਦੇ ਘੇਰੇ ਦੇ ਵਿੱਚ ਆ ਚੁੱਕੇ ਸੀ। ਉਹਨਾਂ ਦੀ ਨਜ਼ਰ ਪਈ ਬੰਨ ਵੱਲ। ਉਹ ਬੰਨ ਅਗਰ ਤੋੜ ਦਿੱਤਾ ਜਾਏ ਤੇ ਉਹ 26 ਪਿੰਡਾਂ ਦਾ ਪਾਣੀ ਵਾਪਸ ਨਿਕਲ ਕੇ ਸਤਲੁਜ ਦਰਿਆ ਵੱਲ ਜਾ ਸਕਦਾ ਹੈ। ਤੇ ਉਹਨਾਂ ਨੇ ਵੀ ਆਪਣੇ ਸਪੋਰਟਰ ਬੁਲਾਏ ਤੇ ਰਾਤੀ 7 ਵਜੇ 7:30 ਵਜੇ, ਹਾਲਾਂਕਿ ਐਸਡੀਐਮ ਸਾਹਿਬ ਮੌਕੇ ਤੇ ਪਹੁੰਚੇ, ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਬੰਨ ਨਾ ਤੋੜੋ, ਇਹ ਗੈਰ ਕਾਨੂੰਨੀ ਹੈ। ਉਹਨਾਂ ਨੇ ਕਿਹਾ ਮੈਂ ਆਪਣੇ ਬੱਚਿਆਂ ਨੂੰ, ਆਪਣੇ ਜਿਹੜੇ ਸਪੋਰਟਰ ਨੂੰ ਜਾਂ ਆਪਣੀ ਕੌਂਸਟੀਚੁਐਂਸੀ ਦੇ ਲੋਕਾਂ ਨੂੰ ਇਸ ਹੜ੍ਹ ਤੋਂ ਬਚਾਉਣਾ ਹੈ। ਤੇ ਇਸ ਕਰਕੇ ਬੰਨ ਤੋੜਨ ਤੋਂ ਇਲਾਵਾ ਕੋਈ ਰਸਤਾ ਹੈਗਾ ਜਿਹਦੇ ਰਾਹੀਂ ਇਸ ਪਾਣੀ ਦਾ ਨਿਕਾਸ ਹੋ ਸਕੇ, ਇਹਦੇ ਉੱਤੇ ਐਸਡੀਐਮ ਸਾਹਿਬ ਨਹੀਂ ਦੱਸ ਪਾਏ। ਪਰ ਉਹਨਾਂ ਨੇ ਫਾਈਨਲੀ ਫੈਸਲਾ ਕੀਤਾ ਆਪਣੇ ਸਪੋਰਟਰਾਂ ਦੇ ਨਾਲ ਉਸ ਬੰਨ ਨੂੰ ਤੋੜਨ ਦਾ। ਤੋੜਨ ਤੋਂ ਬਾਅਦ ਉਹਨਾਂ ਪਿੰਡਾਂ ਦੇ ਵਿੱਚੋਂ ਪਾਣੀ ਘੱਟ ਹੋ ਗਿਆ। ਪਰ ਇਸ ਮੁੱਦੇ ਦੇ ਉੱਤੇ ਕੱਲ ਐਫਆਈਆਰ ਦਰਜ ਕਰ ਦਿੱਤੀ ਗਈ ਰਾਣਾ ਇੰਦਰ ਪ੍ਰਤਾਪ ਸਿੰਘ ਔਰ ਉਹਨਾਂ ਦੇ 100 ਸਪੋਰਟਰਾਂ ਦੇ ਖਿਲਾਫ। ਕਾਰਨ ਕੰਮ ਗੈਰ ਕਾਨੂੰਨੀ ਹੈ। ਇੱਕ ਅਫੀਸ਼ੀਅਲ ਨੇ ਤੇ ਆਪਣਾ ਨਾਂ ਦੱਸਣ ਕਰਕੇ ਇਹ ਵੀ ਦੱਸਿਆ ਕਿ ਅਗਰ ਭਾਖੜਾ ਤੋਂ ਪਾਣੀ ਦੁਬਾਰਾ ਛੱਡਿਆ ਗਿਆ ਔਰ ਕਿਸੇ ਵੀ ਤਰੀਕੇ ਨਾਲ ਹੜ੍ਹ ਵਰਗੇ ਹਾਲਾਤ ਦੁਬਾਰਾ ਉਸ ਕਾਲੀ ਬਈ ਦੇ ਵਿੱਚ ਬਣੇ, ਤੇ ਫਿਰ ਉਹ ਬ੍ਰੀਚ ਜਿੱਥੋਂ ਇਹ ਤੋੜਿਆ ਗਿਆ ਬੰਨ, ਉੱਥੋਂ ਹੀ ਪਾਣੀ ਹੋਰ ਵੱਡੀ ਤਾਦਾਦ ਦੇ ਵਿੱਚ ਉਹਨਾਂ ਪਿੰਡਾਂ ਦੇ ਵਿੱਚ ਆ ਚੁੱਕਿਆ। ਇਸ ਕਰਕੇ ਇਹ ਕੇਸ ਦਰਜ ਕਰਨਾ ਬਹੁਤ ਜ਼ਰੂਰੀ ਸੀ। ਪਰ ਇਸ ਸਾਰੇ ਮਾਮਲੇ ਦੇ ਵਿੱਚ ਰਾਣਾ ਇੰਦਰ ਪ੍ਰਤਾਪ ਸਿੰਘ ਉਹਨਾਂ ਖੱਟ ਗਏ। ਉਹਨਾਂ ਪਿੰਡਾਂ ਦੇ ਲੋਕਾਂ ਦੇ ਵਾਸਤੇ ਤੇ ਰੱਬ ਦੇ ਰੂਪ ਵਿੱਚ, ਕਿਉਂਕਿ ਇੰਡੀਪੈਂਡੈਂਟ ਐਮਐਲਏ ਪੰਜਾਬ ਦੇ ਵਿੱਚ ਇੱਕ ਹੀ ਹੈ ਔਰ ਇੰਡੀਪੈਂਡੈਂਟਲੀ ਅਗਰ ਕੋਈ ਡਿਸੀਜਨ ਲੈਂਦਾ ਹੈ ਤੇ ਉਹਨੂੰ ਲੋਕ ਕਿਸ ਤਰੀਕੇ ਨਾਲ ਸਪੋਰਟ ਕਰਦੇ ਨੇ, ਇਹ ਸਾਰੀ ਗੱਲਾਂ ਕੱਲ ਸੁਲਤਾਨਪੁਰ ਲੋਧੀ ਦੀ ਕੌਂਸਟੀਚੁਐਂਸੀ ਦੇ ਵਿੱਚ ਦੇਖੀ ਗਈ। ਰਾਣਾ ਉਹਨਾਂ ਨਾਲ ਮੇਰੀ ਵੀ ਗੱਲ ਹੋਈ। ਮੈਂ ਕਿਹਾ ਤੁਹਾਡੇ ਖਿਲਾਫ ਪਰਚਾ ਹੋਇਆ। ਉਹ ਕਹਿੰਦੇ ਪਰਚਿਆਂ ਤੋਂ ਮੈਂ ਨਹੀਂ ਡਰਦਾ, ਮੈਂ ਲੋਕਾਂ ਦੇ ਹਿੱਤਾਂ ਵਾਸਤੇ ਖੜਾ ਹੋਇਆ। ਹੁਣ ਇਹ ਐਗਜ਼ਾਮਪਲ ਤਕਰੀਬਨ ਸਾਰੀ ਕੌਂਸਟੀਚੁਐਂਸੀ ਦੇ ਵਿੱਚੋਂ ਨਜ਼ਰ ਆ ਰਿਹਾ ਹੈ। ਜੈਇੰਦਰ ਕੌਰ ਤੋਂ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ, ਸੁਨੀਲ ਜਾਖੜ ਔਰ ਤਮਾਮ ਪੋਲੀਟੀਸ਼ੀਅਨ ਇਸ ਟਾਈਮ ਹੜ੍ਹ ਦੇ ਵਿੱਚ ਫਸੇ ਹੋਏ ਲੋਕਾਂ ਦੀ ਮਦਦ ਵਾਸਤੇ ਤੇ ਜਾ ਰਹੇ ਹੈ। ਪਰ ਐਦਾਂ ਦਾ ਡਿਸੀਜਨ ਕਿ ਬ੍ਰੀਚ ਯਾਨੀ ਇੱਕ ਬੰਨ ਨੂੰ ਤੋੜਨਾ ਆਪਣੇ ਕੌਂਸਟੀਚੁਐਂਸੀ ਦੀ ਲੋਕਾਂ ਦੀ ਮਦਦ ਵਾਸਤੇ, ਇਹ ਇਨਸੀਡੈਂਟ ਪਹਿਲੀ ਵਾਰ ਹੋਇਆ। ਇੰਦਰਪ੍ਰੀਤ ਜੀ, ਹੜ੍ਹਾਂ ਦੀ ਸਥਿਤੀ ਦੇ ਉੱਤੇ ਥੋੜੀ ਜਿਹੀ ਇੱਕ ਨਜ਼ਰਸਾਨੀ ਰਿਪੋਰਟ ਦੀ ਤਰ੍ਹਾਂ ਪੇਸ਼ ਆਓ ਜ਼ਰਾ। ਬਿਲਕੁਲ, ਮੈਂ ਜਿਹੜੀ ਭਾਸਕਰ ਸਾਹਿਬ ਨੇ ਕਿਹਾ ਕਿ ਪਹਿਲੀ ਵਾਰ ਹੋਇਆ, ਪਹਿਲੀ ਵਾਰ ਨਹੀਂ ਹੋਇਆ। ਹਾਂ, ਇਹ ਹੋ ਸਕਦਾ ਕਿ ਐਮਐਲਏ ਨੇ ਕਿਸੇ ਨੇ ਤੋੜਤਾ ਹੋਵੇ, ਇਹ ਤਾਂ ਪਹਿਲੀ ਵਾਰ ਹੋ ਸਕਦਾ ਹੈ। ਲੇਕਿਨ ਆਮ ਤੌਰ ਤੇ ਲੋਕ ਇਹ ਕਰਦੇ ਆ ਜਦੋਂ ਵੀ ਹੜ੍ਹ ਜੇ ਆ ਜਾਂਦੇ ਆ ਤਾਂ ਮੈਂ ਦੇਖਿਆ ਇੱਧਰ ਫਤਿਹਗੜ੍ਹ ਸਾਹਿਬ 'ਚ ਜਦੋਂ SYL ਚੱਲ ਰਹੀ ਹੁੰਦੀ ਹੈ ਤਾਂ ਲੋਕ SYL ਦੇ ਬੰਦ ਤੋੜਦੇ ਆ ਤਾਂ ਕਿ ਪਾਣੀ ਜਿਹੜਾ ਹੈਗਾ ਉਹ SYL ਨਹਿਰ ਦੇ ਵਿੱਚ ਆ ਜਾਏ। ਤੇ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ। ਜਿਵੇਂ ਕੱਲ ਉੱਥੇ
ਹਰਿਆਣਾ ਦੇ ਵਿੱਚ ਜਿਹੜਾ ਘੱਗਰ ਨਦੀ ਦੇ ਵਿੱਚ ਪੂਰੀ ਇਸ ਟਾਈਮ 2 ਲੱਖ ਕਿਊਸਿਕ ਤੋਂ ਉੱਪਰ ਪਾਣੀ ਚੱਲ ਰਿਹਾ ਹੈ, ਤਾਂ ਉਸ ਦੇ ਵਿੱਚ ਕੀ ਨਾਮ ਹੈ ਜਿਹੜਾ ਹਰਿਆਣਾ 'ਚ ਐਂਟਰੀ ਕਰਦੀ ਹੈ ਜਦੋਂ ਘੱਗਰ, ਤਾਂ ਚਾਂਦਪੁਰ ਬੰਨ ਬਣਿਆ ਹੋਇਆ। ਮੈਂ ਤੁਹਾਨੂੰ ਕੱਲ ਵੀ ਆਪਣੇ ਪ੍ਰੋਗਰਾਮ 'ਚ ਦੱਸਿਆ ਸੀਗਾ ਕਿ ਚਾਂਦਪੁਰ ਬੰਨ ਰਾਈਟ ਸਾਈਡ ਤੋਂ ਉਹਦੀ ਬ੍ਰੀਚ ਹੋ ਗਿਆ, ਉੱਥੇ ਸਾਰਾ ਪਾਣੀ ਜਿਹੜਾ ਹੈ 16 ਪਿੰਡ ਪਹਿਲਾਂ ਜਿਹੜੇ ਉਹਦੇ ਪੈਂਦੇ ਨੇ ਹਰਿਆਣੇ ਦੇ, ਉਸ ਤੋਂ ਬਾਅਦ ਉਹਨਾਂ ਤੋਂ ਹੁੰਦਾ ਹੋਇਆ ਮਾਨਸਾ 'ਚ ਐਂਟਰ ਕਰ ਗਿਆ, ਮਾਨਸਾ ਜ਼ਿਲ੍ਹੇ 'ਚ ਸਰਦੂਲਗੜ੍ਹ, ਇਹ ਬਰੇਟਾ ਵਾਲੀ, ਇਹ ਸਾਰੇ ਜਿਹੜੇ ਪਿੰਡ ਨੇ ਇਹਨਾਂ 'ਚ ਐਂਟਰ ਕਰੇਗਾ। ਤੇ ਇੱਥੇ ਰੁਕਣ ਵਾਲਾ ਨਹੀਂ ਹੈ ਪਾਣੀ, ਕਿਉਂਕਿ ਇਹ ਇਲਾਕਾ ਬਹੁਤ ਨੀਵਾਂ ਹੈ ਤੇ ਪਾਣੀ ਬਹੁਤ ਤੇਜ਼ੀ ਨਾਲ ਇੱਥੇ ਜਾਏਗਾ ਤੇ ਨੁਕਸਾਨ ਹੋ ਸਕਦਾ ਹੈ। ਇਸ ਨੂੰ ਲੈ ਕੇ ਵੀ ਕੱਲ ਜਿਹੜਾ ਹੈਗਾ ਉੱਥੇ ਦੇ ਜਿਹੜੇ MLA ਹੈਗੇ ਨੇ ਸਰਦੂਲਗੜ੍ਹ ਦੇ, ਗੁਰਪ੍ਰੀਤ ਬਣਾਵਾਲੀ ਤੇ ਜਿਹੜੇ ਹਰਿਆਣਾ ਵਾਲੀ ਸਾਈਡ ਤੋਂ ਹੈਗੇ ਨੇ ਜਿਹੜੇ ਸੁਭਾਸ਼ ਬਰਾਲਾ, ਇਹਨਾਂ ਦੇ BJP ਦੇ ਪ੍ਰੈਜ਼ੀਡੈਂਟ ਵੀ ਰਹੇ ਨੇ, ਉਹਨਾਂ ਦੇ ਵਿੱਚ ਕਾਫੀ ਕੱਲ ਤੂੰ ਮੈਂ ਵੀ ਹੋਈ ਹੈ ਫੋਨ ਤੇ ਹੀ, ਮਤਲਬ ਕਿ ਵੀ ਇਹ ਠੀਕ ਨਹੀਂ ਕਰ ਰਹੇ ਤੁਸੀਂ। ਤਾਂ ਉਹਨਾਂ ਨੇ ਵੀ ਇਹ ਕਿਹਾ ਵੀ ਜਿਹੜੇ ਸਾਡੇ ਇੱਥੇ ਦੇ ਲੋਕ ਨੇ ਹਰਿਆਣੇ ਦੇ ਵਿੱਚ, ਉਹਨਾਂ ਦੇ 2 ਪਿੰਡਾਂ 'ਚ ਆਪਸ 'ਚ ਤਕਰਾਰ ਚੱਲ ਰਹੀ ਸੀ ਵੀ ਜੇ ਤੋੜਤਾ ਤਾਂ ਸਾਡੇ 'ਚ ਆਊਗਾ, ਜੇ ਨਹੀਂ ਤੋੜਿਆ ਤਾਂ ਉਹਨਾਂ 'ਚ ਚਲਾ ਜਾਏਗਾ। ਸੋ ਇਹ ਚੀਜ਼ਾਂ ਚੱਲਦੀਆਂ ਨੇ ਜਦੋਂ ਵੀ ਇਸ ਕਿਸਮ ਦੇ ਹੜ੍ਹ ਆਉਂਦੇ ਨੇ। ਦਿੱਕਤ ਆ ਰੰਧਾਵਾ ਸਾਹਿਬ ਇਹ ਨੇ ਕਿ ਜਿਹੜੀਆਂ ਚੀਜ਼ਾਂ ਇਹਨਾਂ ਲਈ ਮਤਲਬ ਮੁੱਖ ਕਾਰਨ ਨੇ ਇਹਨਾਂ ਹੜ੍ਹਾਂ ਵਾਸਤੇ, ਅਸੀਂ ਉਹਨਾਂ ਦਾ ਕੋਈ ਜ਼ਿਕਰ ਨਹੀਂ ਕਰ ਰਹੇ। ਘੱਗਰ ਦੇ ਬਾਰੇ ਤਾਂ ਮੈਂ ਇਸ ਕਰਕੇ ਸਿਰਫ ਤੁਹਾਡੇ ਨਾਲ ਕਰ ਰਿਹਾ ਕਿ ਘੱਗਰ ਤਾਂ 20 ਸਾਲ ਤਾਂ ਘੱਟੋ ਘੱਟ ਮੈਨੂੰ ਹੀ ਹੋ ਗਏ ਦੇਖਦੇ ਨੂੰ ਕਿ ਉਹ ਇਹਨਾਂ ਥਾਵਾਂ ਤੇ ਮਾਰ ਕਰਦੀ ਹੈ। ਤੁਸੀਂ ਦੇਖੋ ਜਦੋਂ ਘੱਗਰ ਹਿਮਾਚਲ ਤੋਂ ਥੱਲੇ ਉਤਰਦੀ ਹੈ, ਉਹਦੇ ਵਿੱਚ ਅੱਗੇ ਆ ਕੇ ਪਟਿਆਲਾ ਕੋਲੇ, ਪਟਿਆਲਾ ਡਿਸਟ੍ਰਿਕਟ ਦੇ ਵਿੱਚ ਉਧਰ ਹਰਿਆਣੇ ਤੋਂ ਸ਼ਾਹਬਾਦ, ਮਾਰਕੰਡਾ ਔਰ ਟਾਂਗਰੀ, ਇਹ 2 ਜਿਹੜੀਆਂ ਟ੍ਰਿਬਿਊਟਰੀਜ਼ ਨੇ ਉਹਦੇ 'ਚ ਆ ਕੇ ਮਿਲਦੀਆਂ ਨੇ, ਯਾਨੀ ਕਿ ਉਹਦਾ ਸਾਈਜ਼ ਹੋਰ ਬੜਾ ਹੋ ਜਾਣਾ ਚਾਹੀਦਾ ਹੈ। ਪਰ ਇੱਥੇ 550 ਫੁੱਟ ਚੱਲਦੀ ਹੈ, ਮਕੌੜਾ ਪੱਤਨ ਕੋਲੇ ਜਾ ਕੇ ਇਹ 200 ਫੁੱਟ ਰਹਿ ਜਾਂਦੀ ਹੈ। ਤੁਸੀਂ ਆਪਣੇ ਆਪ ਹੀ ਹਿਸਾਬ ਲਾ ਲਓ ਕਿ ਪਿੱਛੋਂ 550 ਫੁੱਟ ਚੌੜਾ ਪਾਣੀ ਆ ਕੇ ਜਦੋਂ 200 ਫੁੱਟ ਤੇ ਆਊਗਾ ਤਾਂ ਉਹਦਾ ਬਹਾਓ ਕਿੰਨਾ ਤੇਜ਼ ਹੋਊਗਾ ਤੇ ਉਹ ਕਿੰਨੀ ਮਾਰ ਕਰੇਗਾ। ਆਪਾਂ ਨੂੰ ਸਹਿਜ ਅੰਦਾਜ਼ਾ ਇਹਦਾ ਹੋ ਜਾਣਾ ਚਾਹੀਦਾ ਹੈ, ਤੇ ਇੱਥੇ ਹੁੰਦਾ ਹੈ ਕਿਉਂਕਿ ਇਹ ਜਿਹੜੇ ਕੰਮ ਰੁਕੇ ਹੋਏ ਨੇ ਇਹ ਸਿਰਫ ਉਹੀ ਨੇ ਵੀ ਤੁਸੀਂ SYL ਨੂੰ ਲੈ ਕੇ ਜਿਹੜਾ ਕੇਸ ਕੀਤਾ ਹੋਇਆ, ਹਰਿਆਣੇ ਨੇ ਕੇਸ ਕੀਤਾ ਹੋਇਆ ਸੁਪਰੀਮ ਕੋਰਟ ਦੇ ਵਿੱਚ, ਉਹਨਾਂ ਕਰਕੇ ਜਿਹੜੇ ਹੋਰ ਕੰਮ ਨੇ ਉਹ ਸਾਰੇ ਵੀ ਸਟੈਂਡ ਸਟਿਲ ਹੋਏ ਪਏ ਨੇ, ਇਹਨਾਂ ਤੋਂ ਅੱਗੇ ਵਧਿਆ ਨਹੀਂ ਜਾ ਰਿਹਾ। ਬਹੁਤ ਸਾਲ ਹੋ ਗਏ, ਮੈਨੂੰ ਯਾਦ ਹੈ ਜਦੋਂ ਜਨਮੇਜਾ ਸਿੰਘ ਸੇਖੋਂ ਸੀਗੇ ਇੱਥੇ ਕੀ ਨਾਮ ਹੈ ਇਰੀਗੇਸ਼ਨ ਮਿਨਿਸਟਰ, ਮੈਂ ਉਹਨਾਂ ਨਾਲ ਇੱਕ ਵਾਰੀ ਇੱਥੇ ਮਕੌੜਾ ਪੱਤਨ ਵਾਲੀ ਸਾਈਡ ਤੇ ਕਿਹਾ ਸੀ, ਸਾਨੂੰ ਕਈ ਪੱਤਰਕਾਰਾਂ ਨੂੰ ਲੈ ਕੇ ਗਏ ਸੀ, ਦਿਖਾਇਆ ਸੀ ਉਹਨਾਂ ਨੇ ਵੀ ਕਿਸ ਤਰ੍ਹਾਂ 550 ਫੁੱਟ ਚੌੜੀ ਜਿਹੜੀ ਨਦੀ ਹੈਗੀ ਘੱਗਰ, ਉਹ ਕਿਵੇਂ 200 ਫੁੱਟ ਤੇ ਆ ਕੇ ਖੜ ਜਾਂਦੀ ਹੈ ਤੇ ਉਹ ਸਾਰੇ ਜਿਹੜੇ ਸੰਗਰੂਰ ਦੇ ਔਰ ਪਟਿਆਲਾ ਦੇ ਔਰ ਜਿਹੜਾ ਮਾਨਸਾ ਡਿਸਟ੍ਰਿਕਟ ਹੈ, ਇਹਨਾਂ ਤਿੰਨਾਂ ਦੇ ਉੱਤੇ ਕਿੰਨਾ ਮਾਰ ਕਰਦੀ ਹੈ, ਇਹ ਉਹਨਾਂ ਨੇ ਸਾਨੂੰ ਸਾਰਾ ਦਿਖਾਇਆ। ਔਰ ਕਿਸ ਤਰ੍ਹਾਂ ਪੋਲਿਟਿਕਸ ਦਾ ਸ਼ਿਕਾਰ ਹੈ। ਮੈਨੂੰ ਲੱਗਦਾ ਵੀ ਇਹ ਜਦੋਂ ਦੋਨੋਂ ਪਿੰਡ ਮਰਦੇ, ਦੋਨੋਂ ਸਟੇਟਾਂ ਦੇ, ਚਾਹੇ ਹਰਿਆਣਾ ਬ੍ਰੀਚ ਕਿਤੇ ਵੀ ਹੋ ਜਾਏ, ਲੈਫਟ ਸਾਈਡ ਤੇ ਵੀ ਰੀਚ ਹੋ ਜਾਏਗੀ ਤਾਂ ਹਰਿਆਣਾ ਦੇ ਪਿੰਡ ਡੁੱਬ ਜਾਣਗੇ, ਰਾਈਟ ਸਾਈਡ ਤੇ ਹੋ ਜਾਏਗੀ ਤਾਂ ਸਾਡੇ ਡੁੱਬ ਜਾਣਗੇ। ਤਾਂ ਕਿਉਂ ਅਸੀਂ ਮਿਲ ਬੈਠ ਕੇ ਘੱਟੋ ਘੱਟ ਇਹਦਾ ਤਾਂ ਹੱਲ ਲੱਭ ਹੀ ਸਕਦੇ ਹਾਂ ਵੀ ਯਾਰ ਇਹਨੂੰ ਚੌੜੀ ਕਰ ਲਿਆ ਜਾਏ। ਔਰ ਲੋਕ ਉੱਥੇ ਜ਼ਮੀਨਾਂ ਦੇਣ ਲਈ ਵੀ ਤਿਆਰ ਸੀਗੇ ਵੀ ਸਾਡੀ 1-1, 2-2 ਏਕੜ ਜ਼ਮੀਨ ਜੇ ਇਹਨੂੰ ਚੌੜੀ ਕਰਨ ਵਾਸਤੇ ਲੈਣੀ ਹੈ ਤਾਂ ਲੈ ਲਓ, ਦੋਨਾਂ ਧਿਰਾਂ, ਦੋਨੋਂ ਸਾਈਡਾਂ ਦੇ, ਤਾਂ ਇਹਨੂੰ ਘੱਟੋ ਘੱਟ ਪੱਕਾ ਕਰ ਦਿਓ ਤਾਂ ਕਿ ਅਸੀਂ ਬਾੜ ਤੋਂ ਬਚ ਸਕੀਏ। ਦੂਜਾ ਵੱਡੀ ਜਿਹੜੀ ਦਿੱਕਤ ਆਉਂਦੀ ਹੈ ਉਹ ਚੰਦਪੁਰ ਦੇ ਉੱਤੇ ਹੀ ਜਿਹੜੀ ਹਾਂਸੀ ਪੁਟਾਣਾ ਕ੍ਰਾਸ ਕਰਦੀ ਹੈ ਘੱਗਰ ਨੂੰ, ਉਹ ਲਗਭਗ ਮੈਂ ਤੁਹਾਨੂੰ ਕਿਹਾ ਸੀ ਦੀਵਾਰ ਬਣੀ ਹੋਈ ਹੈ। ਤਾਂ ਸਾਨੂੰ ਸਾਰਿਆਂ ਨੂੰ ਘੱਟੋ ਘੱਟ ਇੱਕ ਵਾਰ ਦੇਖਣਾ ਚਾਹੀਦਾ ਉਹ ਵੀ ਉਹ ਕਿਵੇਂ ਦੀਵਾਰ ਬਣ ਕੇ ਖੜੀ ਹੈ ਘੱਗਰ ਦੇ ਅੱਗੇ। ਪਾਣੀ ਬਹੁਤਾ ਜਾਂਦਾ ਨਹੀਂ ਕਿਉਂਕਿ ਇਹਨਾਂ ਦਿਨਾਂ 'ਚ ਬਹੁਤ ਸਿਲਟ ਹੁੰਦੀ ਹੈ ਉੱਤੇ, ਤੇ ਉਹ ਸਾਈਫਨ ਜਿਹੜੇ ਨੇ ਬਿਲਕੁਲ ਫੇਲ ਹੋ ਜਾਂਦੇ ਆ। ਇਸੇ ਕਰਕੇ ਹੀ ਜੋ ਅੱਜ ਹੜ੍ਹਾਂ ਦੀ ਸਥਿਤੀ ਦੀ ਮਾਰ ਚਾਹੇ ਪਟਿਆਲਾ, ਸੰਗਰੂਰ, ਮਾਨਸਾ ਜਾਂ ਹਰਿਆਣੇ ਦੇ ਜਿਹੜੇ ਇਲਾਕੇ ਨੇ ਉਹ ਝੇਲ ਰਹੇ ਨੇ, ਉਹਨਾਂ ਦਾ ਕੋਈ ਹੱਲ ਨਹੀਂ ਨਿਕਲ ਰਿਹਾ। ਇਹ ਵੀ ਇਸ ਪੋਲਿਟਿਕਸ ਦਾ ਸ਼ਿਕਾਰ ਹੋਏ ਹੋਏ ਨੇ ਜੀ। ਤੁਸੀਂ ਕਾਫੀ ਇਹਦੀ ਸਟੱਡੀ ਕੀਤੀ ਹੋਈ ਹੈ ਔਰ ਕੋਸ਼ਿਸ਼ ਕਰਿਓ ਇਹਦੇ ਉੱਤੇ ਹੋਰ ਫਰਦਰ ਇਨਫੋਰਮੇਸ਼ਨ ਇਕੱਠੀ ਕਰਨ ਦੀ, ਤਾਂ ਕਿ ਲੋਕਾਂ ਨੂੰ ਥੋੜਾ ਜਿਹਾ ਅਵੇਅਰ ਕੀਤਾ ਜਾ ਸਕੇ। ਵੈਸੇ ਸਰਕਾਰਾਂ ਨੂੰ ਸਮਾਂ ਰਹਿੰਦਿਆਂ ਇਹ ਪ੍ਰਬੰਧ ਕਰ ਲੈਣੇ ਚਾਹੀਦੇ ਆ, ਹੜ੍ਹ ਆਵੇ, ਬਾਰਿਸ਼ਾਂ ਬੇਕਾਬੂ ਹੋਣ ਨਾ ਹੋਣ, ਪਰ ਉਹਨਾਂ ਦੇ ਪ੍ਰਬੰਧ ਤਾਂ ਹਰ ਸਾਲ ਹੀ ਹੋਣੇ ਚਾਹੀਦੇ ਔਰ ਸਮਾਂ ਰਹਿੰਦਿਆਂ ਹੋਣੇ ਚਾਹੀਦੇ ਆ। ਇਹ ਨਹੀਂ ਕਿ ਉਧਰਲੇ ਬੰਨਿਓ ਮੌਨਸੂਨ ਆਉਣ ਦੀ ਗੱਲ ਹੋਵੇ ਤੇ ਉਧਰੋਂ ਤੁਸੀਂ ਆਪਣਾ ਟੈਂਡਰ ਕਾਲ ਕਰਨ ਲੱਗ ਜਾਓ। ਇਹ 4 ਮਹੀਨੇ ਪਹਿਲਾਂ ਘੱਟੋ ਘੱਟ ਇਹਦੇ ਉੱਤੇ ਕੰਮ ਹੋਣੇ ਚਾਹੀਦੇ ਆ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।